ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1428 ਤੇ 36 ਨੰਬਰ ਤੋਂ ਬਾਅਦ ਹੈ। ਮਨ ਮਾਇਆ ਮੈਂ ਰਾਮ ਰਹਿਓ, ਨਿਕਸਤ ਨਾਹਿਨ ਮੀਤ, ਨਾਨਕ ਮੂਰਤ ਚਿਤਰ ਜਿਉ, ਛਾੜਤ ਨਾਹਿਨ ਭੀਤ। ਇੱਕ ਜਿਹੜਾ ਨਾਹਿਨ ਸ਼ਬਦ ਹੈ, ਇਹਦਾ ਬਹੁਤ ਸਾਰੇ ਪਾਠੀ ਗਲਤ ਉਚਾਰਨ ਕਰਦੇ ਨੇ। ਇਹਨੂੰ ਦੋ ਹਿੱਸਿਆਂ 'ਚ ਵੰਡ ਲੈਂਦੇ ਨੇ। ਨਾਹਿ ਨਾ, ਇਹ ਇੱਕੋ ਸ਼ਬਦ ਹੈ। ਨਾਹਿਨ ਨਾਹਿ ਨਾ ਨਹੀਂ ਹੈ, ਇੱਕੋ ਸ਼ਬਦ ਹੈ ਨਾਹਿਨ। ਲਿਖਿਆ ਵੀ ਇਕੱਠਾ ਕਰਕੇ ਹੀ ਹੈ। ਮਨ ਮਾਇਆ ਮੈਂ ਰਾਮ ਰਹਿਓ, ਨਿਕਸਤ ਨਾਹਿਨ ਮੀਤ। ਹੈ ਮਿੱਤਰਾ, ਤੇਰਾ ਜਿਹੜਾ ਮਨ ਹੈ ਉਹ ਮਾਇਆ 'ਚ ਫਸਿਆ ਹੋਇਆ ਹੈ। ਇਹ ਮਾਇਆ 'ਚੋਂ ਬਾਹਰ ਨਿਕਲ ਹੀ ਨਹੀਂ ਰਿਹਾ। ਇਹ ਨਿਕਲ ਨਹੀਂ ਰਿਹਾ। ਇਹ ਨਹੀਂ ਕਿ ਨਿਕਲ ਨਹੀਂ ਸਕਦਾ, ਮਨੁੱਖ ਨਿਕਲਣੇ ਨਹੀਂ ਚਾਹੁੰਦਾ। ਜਿਵੇਂ ਇੱਕ ਬੰਦੇ ਨੇ ਥੰਮਲੇ ਨੂੰ ਜੱਫਾ ਪਾਇਆ ਹੋਇਆ ਅਤੇ ਲੋਕਾਂ ਨੂੰ ਆਵਾਜ਼ਾਂ ਮਾਰਿਆ, ਮੈਨੂੰ ਛਡਾਓ ਛਡਾਓ, ਥੰਮਲੇ ਨੇ ਮੈਨੂੰ ਫੜ ਲਿਆ ਹੈ। ਕੋਲੋਂ ਕੋਈ ਬੰਦਾ ਹੈ ਕਿ ਥੰਮਲੇ ਨੇ ਤੈਨੂੰ ਨਹੀਂ ਫੜਿਆ, ਤੂੰ ਥੰਮਲੇ ਨੂੰ ਫੜਿਆ ਹੋਇਆ, ਤੂੰ ਥੰਮਲੇ ਨੂੰ ਛੱਡ ਦੇ। ਇਹ ਬੰਦਾ ਛੱਡਣ ਲਈ ਤਿਆਰ ਨਹੀਂ, ਅਤੇ ਵਿਖਾਵਾ ਇਹ ਕਰਦਾ ਕਿ ਮੈਂ ਤਾਂ ਥੰਮਲੇ ਨੂੰ ਛੱਡਣਾ ਚਾਹੁੰਦਾ, ਥੰਮਲਾ ਨਹੀਂ ਮੈਨੂੰ ਛੱਡਦਾ। ਮੈਂ ਤਾਂ ਮਾਇਆ 'ਚੋਂ ਬਾਹਰ ਨਿਕਲਣਾ ਚਾਹੁੰਦਾ, ਮੈਨੂੰ ਮਾਇਆ ਨਹੀਂ ਛੱਡਦੀ। ਮਾਇਆ ਨੇ ਤੈਨੂੰ ਨਹੀਂ ਫੜਿਆ ਹੋਇਆ, ਤੂੰ ਮਾਇਆ ਨੂੰ ਫੜਿਆ ਹੋਇਆ ਹੈ। ਤੂੰ ਮਾਇਆ 'ਚ ਨਿਕਲ ਕੇ ਰਾਜੀ ਹੀ ਨਹੀਂ ਹੈ। ਅੱਗੇ ਉਦਾਹਰਨ ਦਿੰਦੇ ਹੋਏ ਗੁਰੂ ਮਹਾਰਾਜ, ਨਾਨਕ ਮੂਰਤ ਚਿਤਰ ਜਿਉ, ਛਾੜਤ ਨਾਹਿਨ ਭੀਤ। ਭੀਤ ਹੁੰਦੀ ਕੰਧ। ਤੁਸੀਂ ਕੰਧ 'ਤੇ ਤਸਵੀਰ ਬਣਾ ਦਿਓ, ਉਹ ਤਸਵੀਰ ਕੰਧ ਤੋਂ ਅੱਡ ਨਹੀਂ ਹੋ ਸਕਦੀ। ਹਾਂ, ਕੰਧ 'ਤੇ ਤੁਸੀਂ ਕੋਈ ਤਸਵੀਰ ਲਟਕਾ ਦਿੱਤੀ ਹੈ ਕਿੱਲ ਠੋਕ ਕੇ, ਉਹ ਤਸਵੀਰ 'ਤੇ ਅੱਡ ਕੰਧ ਤੋਂ ਹੋ ਸਕਦੀ ਹੈ। ਤੁਸੀਂ ਕੰਧ ਦੇ ਉੱਤੇ ਹੀ ਤਸਵੀਰ ਬਣਾਤੀ ਹੈ, ਉਹ ਤਸਵੀਰ ਕੰਧ ਤੋਂ ਅੱਡ ਨਹੀਂ ਹੋ ਸਕਦੀ। ਐਂ ਹੀ ਮਨੁੱਖ ਮਾਇਆ 'ਚ ਐਸਾ ਫਸ ਜਾਂਦਾ ਹੈ ਕਿ ਮਾਇਆ ਤੋਂ ਅੱਡ ਹੋਣਾ ਹੀ ਨਹੀਂ ਚਾਹੁੰਦਾ। ਹੋ ਤੇ ਸੰਸਾਰ 'ਚ ਸਭ ਕੁਝ ਸਕਦਾ, ਕਿਹੜੀ ਹੈ ਬੁਰਾਈ ਜਿਹੜੀ ਨਹੀਂ ਛੱਡੀ ਜਾ ਸਕਦੀ? ਅਗਰ ਬੰਦਾ ਫੈਸਲਾ ਹੀ ਕਰ ਲੈ ਤੇ ਸਭ ਕੁਝ ਹੋ ਸਕਦਾ। ਪਰ ਬੁਰਾਈ ਮਨੁੱਖ ਨੂੰ ਚੰਗੀ ਲੱਗਦੀ ਹੈ। ਜਿਹੜੀ ਚੀਜ਼ ਚੰਗੀ ਲੱਗਦੀ ਹੈ, ਮਨੁੱਖ ਉਸ ਨੂੰ ਛੱਡਣ ਨੂੰ ਤਿਆਰ ਨਹੀਂ ਹੁੰਦਾ। ਉਹਨੂੰ ਚੰਗੀ ਲੱਗਦੀ ਹੈ। ਚੋਰ ਨੂੰ ਚੋਰੀ ਚੰਗੀ ਲੱਗਦੀ ਹੈ, ਡਾਕੂ ਨੂੰ ਡਾਕਾ ਚੰਗਾ ਲੱਗਦਾ ਹੈ, ਲੁਟੇਰੇ ਨੂੰ ਲੁੱਟਣਾ ਚੰਗਾ ਲੱਗਦਾ ਹੈ, ਰਿਸ਼ਵਤਖੋਰ ਨੂੰ ਰਿਸ਼ਵਤ ਚੰਗੀ ਲੱਗਦੀ ਹੈ, ਮਿਲਾਵਟਖੋਰ ਨੂੰ ਮਿਲਾਵਟ ਚੰਗੀ ਲੱਗਦੀ ਹੈ, ਨਸ਼ਈ ਨੂੰ ਨਸ਼ਾ ਚੰਗਾ ਲੱਗਦਾ ਹੈ, ਵੇਚਣ ਵਾਲੇ ਨੂੰ ਵੀ ਚੰਗਾ ਲੱਗਦਾ ਹੈ। ਇਸ ਲਈ ਉਹ ਛੱਡਣ ਲਈ ਤਿਆਰ ਨਹੀਂ ਹੁੰਦੇ। ਇਹ ਨਹੀਂ ਕਿ ਛੱਡ ਨਹੀਂ ਸਕਦੇ, ਉਹ ਛੱਡਣੀ ਨਹੀਂ ਚਾਹੁੰਦੇ, ਕਿਉਂਕਿ ਬੁਰਾਈ ਮਨੁੱਖ ਨੂੰ ਚੰਗੀ ਲੱਗਦੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਉਹਨੂੰ ਚੰਗਿਆਈ ਕਿਉਂ ਨਹੀਂ ਚੰਗੀ ਲੱਗਦੀ, ਉਹਨੂੰ ਬੁਰਾਈ ਕਿਉਂ ਚੰਗੀ ਲੱਗਦੀ ਹੈ? ਯਾਦ ਰੱਖੋ, ਜੋ ਕੁਝ ਸਾਡੇ ਅੰਦਰ ਹੁੰਦਾ ਨਾ, ਬਾਹਰੋਂ ਸਾਨੂੰ ਉਹੀ ਪਸੰਦ ਹੁੰਦਾ। ਜੋ ਸਾਡੇ ਅੰਦਰ ਹੁੰਦਾ, ਬਾਹਰੋਂ ਉਹੀ ਸਾਨੂੰ ਪਸੰਦ ਹੁੰਦਾ। ਅਗਰ ਤੁਸੀਂ ਪਿਛਲੇ 2-3 ਜਨਮ 'ਚ ਸ਼ਰਾਬ ਨਹੀਂ ਪੀਤੀ, ਜਿੰਨਾ ਮਰਜ਼ੀ ਤੁਹਾਨੂੰ ਕੋਈ ਜ਼ੋਰ ਲਾ ਲੇ, ਇਸ ਜਨਮ ਤੁਸੀਂ ਨਹੀਂ ਪੀਵੋਗੇ, ਕਿਉਂਕਿ ਤੁਹਾਡੇ ਅੰਦਰ ਸ਼ਰਾਬ ਹੈ ਹੀ ਨਹੀਂ।
ਪਰ ਜੇ ਤੁਸੀਂ ਪਿਛਲੇ ਜਨਮ 'ਚ ਪੀਂਦੇ ਰਹੇ ਹੋ ਅਤੇ ਤੁਹਾਨੂੰ 2-4 ਵਾਰੀ ਵੀ ਕਿਸੇ ਨੇ ਕਿਹਾ ਪੀ ਲੈ ਯਾਰ, ਖੁਸ਼ੀ ਦਾ ਮੌਕਾ ਹੈ, ਰੋਜ਼ ਰੋਜ਼ ਥੋੜ੍ਹਾ ਹੀ ਆਉਣਾ, ਫਿਰ ਤੁਸੀਂ ਕਹੋਗੇ ਮੈਂ ਪੀਣਾ ਤਾਂ ਨਹੀਂ ਸੀ ਚਾਹੁੰਦਾ, ਉਹ ਬਹੁਤੇ ਮੇਰੇ ਖੜੇ ਪੈ ਗਏ, ਮੈਂ ਤਾਂ ਪੀਤੀ ਹੈ। ਅਸਲ ਤੂੰ ਪੀਣਾ ਹੀ ਚਾਹੁੰਦਾ ਸੀ, ਤੇਰੇ ਅੰਦਰ ਪਹਿਲਾਂ ਹੀ ਸ਼ਰਾਬ ਸੀ, ਇਸ ਲਈ ਤੂੰ ਬਾਹਰੋਂ ਪੀ ਲਈ। ਸਾਡੇ ਅੰਦਰ ਪਹਿਲਾਂ ਹੀ ਬੁਰਾਈਆਂ ਨੇ, ਇਸ ਲਈ ਸਾਨੂੰ ਬਾਹਰਲੀ ਬੁਰਾਈ ਚੰਗੀ ਲੱਗਦੀ ਹੈ। ਕਾਗਜ਼ ਦੇ ਵਿੱਚ ਅੱਗ ਹੁੰਦੀ ਹੈ ਤਾਂ ਹੀ ਕਾਗਜ਼ ਨੂੰ ਅੱਗ ਲੱਗਦੀ ਹੈ। ਜੇ ਕਾਗਜ਼ ਵਿੱਚ ਅੱਗ ਹੀ ਨਾ ਹੋਵੇ ਉਹਨੂੰ ਕਿਵੇਂ ਲੱਗ ਜਾਏਗੀ ਬਈ? ਲੱਕੜੀ ਵਿੱਚ ਅੱਗ ਹੁੰਦੀ ਹੈ ਤਾਂ ਹੀ ਲੱਕੜੀ ਨੂੰ ਅੱਗ ਲੱਗਦੀ ਹੈ ਨਾ। ਲੋਹੇ 'ਚ ਅੱਗ ਨਹੀਂ ਹੁੰਦੀ, ਇਸ ਲਈ ਲੋਹੇ ਨੂੰ ਜਿੰਨੀਆਂ ਮਰਜ਼ੀ ਤੁਸੀਂ ਤੀਲੀਆਂ ਬਲ ਕੇ ਲੈ ਜਾਓ ਨਹੀਂ ਮੱਚੇਗਾ, ਉਹ 'ਚ ਅੱਗ ਹੈ ਹੀ ਨਹੀਂ। ਅੱਗ ਉਸੇ ਹੀ ਚੀਜ਼ ਨੂੰ ਲੱਗਦੀ ਹੈ ਜਿਸ ਦੇ ਵਿੱਚ ਪਹਿਲਾਂ ਹੀ ਅੱਗ ਹੈ। ਜਿਸ ਚੀਜ਼ 'ਚ ਅੱਗ ਨਹੀਂ ਉਹਨੂੰ ਅੱਗ ਨਹੀਂ ਲੱਗ ਸਕਦੀ। ਜਿਸ ਦੇ ਅੰਦਰ ਬੁਰਾਈ ਨਹੀਂ ਹੈ, ਬਾਹਰ ਭਾਵੇਂ ਕਿੰਨੀ ਬੁਰਾਈ ਕਿਉਂ ਨਾ ਹੋਵੇ, ਉਹ ਉਸ ਨੂੰ ਸਵੀਕਾਰ ਨਹੀਂ ਕਰੇਗਾ। ਅਗਰ ਉਹਨੇ ਪਿਛਲੇ 2-3 ਜਨਮ ਚੋਰੀ ਨਹੀਂ ਕੀਤੀ, ਉਹਨੂੰ ਭਾਵੇਂ ਚੋਰੀ ਦੇ ਕਿੰਨੇ ਵੀ ਮੌਕੇ ਮਿਲਣ, ਉਹ ਚੋਰੀ ਨਹੀਂ ਕਰੇਗਾ। ਇੱਕ ਵਾਰੀ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਮਰਗ ਦਾ ਭੋਗ ਪਿਆ, ਉਹ ਮੈਨੂੰ ਕਹਿੰਦੇ ਬਾਬਾ ਜੀ ਤੁਸੀਂ ਅਰਦਾਸ ਕਰ ਦਿਓ। ਆਪਣਾ ਗੁਲਜ਼ਾਰ ਸਿੰਘ ਜਿਹੜਾ ਹੈੱਡ ਗ੍ਰੰਥੀ ਹੈ, ਇਹ ਉੱਥੇ ਸੀ ਦੇਗ ਤੇ ਲਈ। ਮੈਂ ਅਰਦਾਸ ਕਰਕੇ ਆ ਗਿਆ। ਜੋ ਲੋਕਾਂ ਮੱਥਾ ਟੇਕਿਆ ਉੱਥੇ ਗੋਲਕ ਕੋਈ ਨਹੀਂ ਸੀ, ਉਂਝੀ ਮਾਇਆ ਪਈ ਸੀ। ਮਗਰੋਂ ਇੱਕ ਬੰਦਾ ਬੜਾ ਹੈਰਾਨੀ ਨਾਲ ਪੁੱਛਦਾ ਹੈ ਕਿ ਭਾਈ ਇਹ ਬਾਬਾ ਐਡਾ ਵੱਡਾ ਗੁਰਦੁਆਰਾ ਹੈ, ਬਾਬਾ ਜੀ ਨੇ ਕੋਈ ਗੋਲਕ ਹੀ ਨਹੀਂ ਰੱਖੀ। ਉਹ ਕਹਿੰਦਾ ਜੀ ਸਾਡੇ ਗੁਰਦੁਆਰੇ 'ਚ ਜਿੰਨੇ ਬੰਦੇ ਕੰਮ ਕਰਦੇ ਨੇ ਇਹਨਾਂ 'ਚ ਕੋਈ ਚੋਰ ਨਹੀਂ ਹੈ, ਇਸ ਲਈ ਬਾਬਾ ਜੀ ਨੇ ਗੋਲਕ ਨਹੀਂ ਰੱਖੀ। ਗੋਲਕ ਲੋਕਾਂ ਤੋਂ ਬਚਾਅ ਲਈ ਨਹੀਂ ਰੱਖੀ ਜਾਂਦੀ, ਸਗੋਂ ਜਿਹੜੇ ਗੁਰਦੁਆਰੇ ਦੇ ਵਿੱਚ ਕਰਮਚਾਰੀ ਨੇ ਉਹਨਾਂ ਤੋਂ ਬਚਾਅ ਲਈ ਰੱਖੀ ਜਾਂਦੀ, ਵੀ ਇਹੀ ਨਾ ਕਿਤੇ ਪੈਸੇ ਕੱਢ ਲੈਣ। ਲੋਕਾਂ ਤੋਂ ਬਚਾਅ ਕੇ ਗੋਲਕ ਨੂੰ ਜਿੰਦਰਾ ਨਹੀਂ ਲਾਇਆ ਜਾਂਦਾ, ਵੀ ਲੋਕ ਨਾ ਕਿਤੇ ਪੈਸੇ ਕੱਢ ਕੇ ਲੈ ਜਾਣ। ਜਿੰਨੇ ਇਤਿਹਾਸਕ ਗੁਰਦੁਆਰੇ ਹਰ ਵਕਤ ਪਹਿਰੇਦਾਰ ਗੋਲਕ ਦੇ ਹੁੰਦਾ, ਕੋਲ ਇੱਕ ਛੋਟੀ ਜਿਹੀ ਲੈ ਕੇ ਫੱਟਾ ਜਿਹਾ ਲੈ ਕੇ ਹੁੰਦਾ, ਵੀ ਜੇ ਕੋਈ ਬਾਹਰ ਨੋਟ ਵਿੱਚ ਪਹੁੰਚ ਦੇ। ਪਰ ਗੋਲਕ ਨੂੰ 2 ਵੱਡੇ ਜੰਦਰੇ ਲੱਗੇ ਹੁੰਦੇ ਨੇ, ਉੱਤੇ ਸੀਲ ਵੀ ਲੱਗੀ ਹੁੰਦੀ ਹੈ ਵੀ ਕੋਈ ਖੋਲ੍ਹ ਨਾ ਲਵੇ, ਵੀ ਚਾਬੀ ਨਾ ਕੋਈ ਲਾ ਲੇ, ਸੀਲ ਲੱਗੀ ਹੁੰਦੀ ਹੈ। ਹੁਣ ਜਦੋਂ ਪਹਿਰੇਦਾਰ ਗੋਲਕ 'ਤੇ ਹਨ ਤਾਂ ਬਾਹਰਲਾ ਬੰਦਾ ਕਿਵੇਂ ਉਸ ਗੋਲਕ 'ਚ ਪੈਸੇ ਕੱਢ ਸਕਦਾ ਜੀ? ਉਹ ਗੋਲਕ ਨੂੰ ਜਿੰਦਰੇ ਲਾਈ ਆਪਣੇ ਕਰਮਚਾਰੀਆਂ ਤੋਂ ਡਰਦਿਆਂ ਨੇ ਕਿ ਇਹੀ ਨਾ ਕਿਸੇ ਪੈਸੇ ਕੱਢ ਲੈਣ। ਕਹਿੰਦੇ ਜੀ ਸਾਡੇ ਬੰਦੇ ਜਿਹੜੇ ਜਿੰਨੇ ਗੁਰਦੁਆਰੇ ਕੰਮ ਕਰਦੇ ਸਾਸਨ ਪਾਉਣ, ਇਹਨਾਂ 'ਚ ਕੋਈ ਚੋਰ ਨਹੀਂ ਹੈ, ਇਸ ਲਈ ਬਾਬਾ ਜੀ ਕਈ ਵਾਰੀ ਗੋਲਕ ਨਹੀਂ ਰੱਖਦੇ। ਉਹ ਬੜਾ ਹੈਰਾਨ ਹੋਇਆ। ਨਹੀਂ ਤਾਂ ਕਈ ਗੁਰਦੁਆਰਿਆਂ ਦੇ ਪ੍ਰਧਾਨ ਜਿੱਥੇ ਭੋਗ ਪੈਂਦੇ ਉੱਥੇ ਆ ਜਾਂਦੇ ਨੇ, ਜਿੰਨਾ ਚੜਾਵਾ ਤੇ 4-5 ਬੰਦੇ ਲਾ ਕੇ ਨਾ ਗਿਣਨਾ ਸ਼ੁਰੂ ਕਰ ਦਿੰਦੇ ਨੇ ਵੀ ਇੰਨਾ ਚੜਾਵਾ ਹੋਇਆ। ਉਹ ਇਹ ਨਹੀਂ ਕਹਿੰਦੇ ਪਾਠੀਆਂ ਨੂੰ, ਇਹ ਨਹੀਂ ਕਹਿੰਦੇ ਵੀ ਤੁਸੀਂ ਆਉਂਦੇ ਹੋ ਚੜਾਵਾ ਲਈ ਆਇਓ, ਨਾ, ਉਹਨਾਂ ਨੂੰ ਪਤਾ ਇਹਨਾਂ ਵਿੱਚ ਰੱਖ ਲੈਣੇ ਨੇ। ਤਾਂ ਹੀ ਪ੍ਰਧਾਨ ਜਾਂ ਸੈਕਟਰੀ ਨੂੰ ਆਉਣਾ ਪੈਂਦਾ ਸੀ ਗਿਣਨ ਲਈ। ਅਸੀਂ ਉਹ ਜੋ ਉੱਥੇ ਹੁੰਦਾ ਜਿੰਨਾ ਚੜਾਵਾ ਹੁੰਦਾ, ਆਉਂਦਿਆਂ ਹੋਇਆਂ ਜਿਹੜਾ ਲਿਫਾਫੇ 'ਚ ਪਾ ਕੇ ਗੁਲਜ਼ਾਰ ਲਿਆ ਕੇ ਮੈਨੂੰ ਦੇ ਦਿੰਦਾ। ਅਸੀਂ ਕਦੇ ਸ਼ੰਕਾ ਹੀ ਨਹੀਂ ਕੀਤਾ ਕਿ ਇਹਨੇ ਰਾਹ 'ਚ ਪੈਸੇ ਨਾ ਕੱਢ ਲਏ ਹੋਣ। ਪਰ 99% ਗੁਰਦੁਆਰਿਆਂ ਦੇ ਵਿੱਚ ਜਿੱਥੇ ਕਿਸੇ ਘਰ 'ਚ ਭੋਗ ਪੈਂਦਾ, ਗੁਰਦੁਆਰੇ ਦਾ ਪ੍ਰਧਾਨ ਜਾਂ ਸੈਕਟਰੀ ਉੱਥੇ ਜੋ ਚੜਾਵਾ ਹੈ ਉਹਨੂੰ ਗਿਣ ਕੇ ਫਿਰ ਲੈ ਕੇ ਜਾਂਦੇ ਨੇ ਵੀ ਇਹਨਾਂ ਚੜਾਵਾ ਹੋਇਆ। ਨਹੀਂ ਤਾਂ ਕਹਿ ਸਕਦੇ ਸਨ ਪਾਠੀ ਨੂੰ ਵੀ ਤੁਸੀਂ ਆਉਂਦੇ ਹੋ ਭਾਈ ਜਿਹੜਾ ਚੜਾਵਾ ਹੈ ਉਹ ਲਈ ਆਇਓ। ਜਿਹੜੇ ਗੁਰਦੁਆਰੇ ਦੇ ਵਿੱਚ ਰਹਿੰਦੇ ਨੇ ਉਹਨਾਂ ਤੋਂ ਹੀ ਬਹੁਤਾ ਖਤਰਾ ਹੈ ਗੋਲਕਾਂ ਨੂੰ, ਬਾਹਰਲਿਆਂ ਤੋਂ ਘੱਟ ਖਤਰਾ ਹੈ। ਇਸ ਕਰਕੇ ਇਹ ਮਨੁੱਖ ਮਾਇਆ 'ਚੋਂ ਨਿਕਲਣਾ ਹੀ ਨਹੀਂ ਚਾਹੁੰਦਾ।
ਜਿਹੜੇ ਪਿਛਲੇ ਜਨਮ 'ਚ ਚੋਰ ਰਹੇ ਨੇ ਲੋਕ, ਉਹਨਾਂ ਨੂੰ ਚਾਹੇ ਮੰਦਰ 'ਚ ਡਿਊਟੀ ਦੇ ਦਿਓ, ਚਾਹੇ ਗੁਰਦੁਆਰੇ ਦੇ ਦਿਓ, ਉਹਨਾਂ ਮੌਕਾ ਮਿਲਣ 'ਤੇ ਚੋਰੀ ਕਰਨੀ ਹੀ ਕਰਨੀ, ਕਿਉਂਕਿ ਉਹਨਾਂ ਦੇ ਅੰਦਰ ਚੋਰੀ ਹੈ, ਉਹਨਾਂ ਦੇ ਅੰਦਰ ਚੋਰੀ ਦਾ ਬੀਜ ਹੈ। ਉਹਨਾਂ ਨੂੰ ਜਦੋਂ ਮੌਕਾ ਲੱਗਣਾ ਉਹਨਾਂ ਚੋਰੀ ਕਰਨੀ। ਜਿਹੜਾ ਪਿਛਲੇ ਜਨਮ 'ਚ ਬਦਮਾਸ਼ ਰਿਹਾ ਹੈ, ਉਹਨੂੰ ਜਦੋਂ ਮੌਕਾ ਮਿਲ ਗਿਆ ਇਸ ਜੀਵਨ 'ਚ, ਉਹ ਬਦਮਾਸ਼ੀ ਕਰੇਗਾ, ਕਿਉਂਕਿ ਉਹਦੇ ਅੰਦਰ ਬਦਮਾਸ਼ੀ ਹੈ। ਪਿਛਲੇ ਜਨਮਾਂ ਦੇ ਸੰਸਕਾਰ ਨੇ, ਪਿਛਲੇ ਜਨਮਾਂ ਦੇ ਸੰਸਕਾਰ ਜਿਹੜੇ ਨੇ ਉਹੀ ਸਾਡੀਆਂ ਆਦਤਾਂ ਬਣਾਉਂਦੇ ਨੇ। ਪਿਛਲੇ ਜਨਮ ਜੋ ਅਸੀਂ ਕਰਮ ਕੀਤੇ ਉਹ ਸੰਸਕਾਰ ਬਣ ਗਏ, ਉਹ ਨਾਲ ਹੀ ਆਏ, ਉਹ ਸਾਡੀਆਂ ਹੁਣ ਆਦਤਾਂ ਬਣ ਗਏ ਹਨ। ਇਹ ਮਨੁੱਖ ਆਦਤ ਹੈ ਦੀ, ਇਹ ਫਸਿਆ ਹੋਇਆ ਮਾਇਆ 'ਚ, ਹੋਰ ਮਾਇਆ, ਹੋਰ ਮਾਇਆ। ਬੜੀ ਦੁਨੀਆ ਗੁਰਦੁਆਰੇ ਮਾਇਆ ਮੰਗਣ ਜਾਂਦੀ ਹੈ ਜੀ, ਮੇਰੇ ਕਾਰੋਬਾਰ 'ਚ ਵਾਧੇ ਹੋਣ ਜੀ, ਬੜੇ ਹੁੰਦੇ। ਜੇ ਕਿਤੇ ਗੁਰੂ ਮਹਾਰਾਜ ਬੋਲ ਕੇ ਕਹਿ ਦੇਣ ਭਾਈ ਤੇਰੇ ਕਾਰੋਬਾਰ 'ਚ ਵਾਧੇ ਨਹੀਂ ਹੋਣੇ, ਮੈਂ ਦਾਅਵੇ ਨਾ ਕਹਿਣਾ ਅਗਲੇ ਦਿਨ ਗੁਰਦੁਆਰੇ ਨਹੀਂ ਆਵੇਗਾ ਅਤੇ ਕੋਈ ਹੋਰ ਗੁਰੂ ਲੱਭਣ ਦੀ ਕੋਸ਼ਿਸ਼ ਕਰੇਗਾ। ਕੋਈ ਹੋਰ ਲੱਭੋ ਜਿਹੜਾ ਮੇਰੇ ਕਾਰੋਬਾਰ 'ਚ ਵਾਧੇ ਕਰਦੇ। ਇਹ ਤਾਂ ਹੁਣ ਸਾਡੇ ਗੁਰੂ ਬੋਲ ਕੇ ਨਹੀਂ ਨਾ ਕਹਿੰਦੇ, ਬਾਣੀ ਪੜ੍ਹਨੀ ਕੋਈ ਨਹੀਂ, ਇਸ ਲਈ ਗੁਰੂ ਕੀ ਕਹਿੰਦਾ ਉਹ ਸੁਣਨਾ ਨਹੀਂ, ਉਹ ਸੁਣਨਾ ਨਹੀਂ। ਅਰਦਾਸ ਕਰਕੇ ਹੁਕਮਨਾਮਾ ਲੈ ਲਿਆ ਕਰੋ, ਤੁਹਾਡੇ ਪ੍ਰਸ਼ਨ ਦਾ ਉੱਤਰ ਤੁਹਾਨੂੰ ਮਿਲ ਜਾਏਗਾ, ਤੁਹਾਡੇ ਪ੍ਰਸ਼ਨ ਦਾ ਉੱਤਰ ਤੁਹਾਨੂੰ ਮਿਲ ਜਾਏਗਾ। ਤੁਹਾਡਾ ਕੰਮ ਹੋਏਗਾ ਕਿ ਨਹੀਂ ਹੋਏਗਾ, ਪਰ ਕੌਣ ਕਰੇ ਇਹਨਾਂ। ਇਸ ਲਈ ਗੁਰੂ ਮਹਾਰਾਜ ਕਹਿੰਦੇ ਮਨ ਮਾਇਆ ਮੈਂ ਰਾਮ ਰਹਿਓ। ਰਾਮ ਹੁੰਦਾ ਵਸਣਾ, ਮਨ ਤੇ ਮਾਇਆ 'ਚ ਵਸ ਰਿਹਾ ਹੈ, ਮਨ ਤੇ ਮਾਇਆ 'ਚ ਫਸਿਆ ਹੋਇਆ ਹੈ। ਨਿਕਸਤ ਨਾਹਿਨ ਮੀਤ, ਹੈ ਮਿੱਤਰਾ ਇਹ ਇਸ ਮਾਇਆ ਦੇ ਵਿੱਚੋਂ ਨਿਕਲ ਹੀ ਨਹੀਂ ਰਿਹਾ। ਉਦਾਹਰਨ ਦਿੱਤੀ ਹੈ, ਜਿਵੇਂ ਕਹਿੰਦੇ ਕੰਧ ਦੇ ਉੱਤੇ ਤਸਵੀਰ ਬਣੀ ਹੋਈ ਹੋਵੇ, ਉਹ ਤਸਵੀਰ ਕੰਧ ਤੋਂ ਅੱਡ ਨਹੀਂ ਹੋ ਸਕਦੀ। ਇਹ ਮਨੁੱਖ ਵੀ ਮਾਇਆ ਤੋਂ ਅੱਡ ਨਹੀਂ ਹੁੰਦਾ, ਐਸਾ ਫਸਿਆ ਹੋਇਆ ਉਸ 'ਚੋਂ ਨਿਕਲ ਹੀ ਨਹੀਂ ਇਸ ਤੋਂ ਹੁੰਦਾ, ਉਸ ਤੋਂ ਨਿਕਲ ਨਹੀਂ ਹੁੰਦਾ। ਦੋ ਦੋਸਤ ਦਰਿਆ ਦੇ ਕੰਢੇ ਕੰਢੇ ਜਾ ਰਹੇ ਨੇ, ਦਰਿਆ ਦੇ ਵਿੱਚ ਕਿਤੇ ਰਿੱਛ ਰੁੜਿਆ ਆ ਰਿਹਾ ਹੈ, ਦੂਰੋਂ ਐਂ ਲੱਗਾ ਵੀ ਕੰਬਲ ਰੁੜਿਆ ਜਾ ਰਿਹਾ। ਇੱਕ ਕਹਿੰਦਾ ਯਾਰ ਮੈਂ ਕੰਬਲ ਹੀ ਕੱਢ ਲਿਆਵਾਂ, ਉਹ ਤੈਰਦਾ ਤੈਰਦਾ ਕੰਬਲ ਕੋਲੇ ਗਿਆ, ਉਹ ਕੰਬਲ ਨਹੀਂ ਸੀ, ਰਿੱਛ ਸੀ। ਰਿੱਛ ਨੇ ਉਸ ਬੰਦੇ ਨੂੰ ਜੱਫਾ ਮਾਰ ਲਿਆ, ਉਹ ਰਿੱਛ ਛੱਡਦਾ ਨਹੀਂ ਹੈਗਾ, ਉਹ ਛਡਾਉਣ ਦੀ ਕੋਸ਼ਿਸ਼ ਕਰਦਾ, ਰਿੱਛ ਛੱਡ ਨਹੀਂ ਰਿਹਾ। ਉਹ ਕਹਿੰਦਾ ਤੂੰ ਨਿਕਲਿਆ ਨਹੀਂ, ਕੰਬਲ ਲੈ ਕੇ ਛੇਤੀ ਆ ਜਾ। ਉਹ ਜੇ ਨਹੀਂ ਨਿਕਲਿਆ ਤੂੰ ਕੰਬਲ ਛੱਡ ਦੇ, ਤੂੰ ਨਿਕਲਿਆ ਡੁੱਬ ਨਾ ਜਾਈਂ। ਕਹਿੰਦਾ ਮੈਂ ਤੇ ਕੰਬਲ ਛੱਡਦਾ, ਮੈਨੂੰ ਹੁਣ ਕੰਬਲ ਨਹੀਂ ਛੱਡ ਰਿਹਾ। ਕਹਿੰਦਾ ਮੈਂ ਤੇ ਕੰਬਲ ਛੱਡਦਾ, ਹੁਣ ਮੈਨੂੰ ਕੰਬਲ ਨਹੀਂ ਛੱਡ ਰਿਹਾ। ਇਹ ਬੰਦੇ ਨੂੰ ਹੁਣ ਮਾਇਆ ਦਾ ਮੋਹ ਨਹੀਂ ਛੱਡ ਰਿਹਾ। ਗਿਆਨ ਕਈ ਵਾਰੀ ਹੋ ਜਾਂਦਾ ਹੈ ਕਿ ਮੈਂ ਜੋ ਕਰ ਰਿਹਾ ਹਾਂ ਗਲਤ ਕਰ ਰਿਹਾ, ਪਰ ਮੋਹ ਹੀ ਇੰਨਾ ਤਗੜਾ ਹੈ ਮਾਇਆ ਦਾ ਕਿ ਉਹ ਮੋਹ ਛੱਡਣ ਲਈ ਤਿਆਰ ਨਹੀਂ ਹੁੰਦਾ ਬੰਦਾ। ਅੱਗੇ ਕਹਿੰਦੇ ਨਰ ਚਾਹਤ ਕਛੁ ਔਰੈ ਕੀ ਔਰੈ ਭਈ, ਚਿਤਵਤ ਰਹਿਓ ਠਗੌਰ, ਨਾਨਕ ਫਾਂਸੀ ਗਲ ਭਰੀ। ਇਹਨੂੰ ਫਾਂਸੀ ਪੜ੍ਹਨਾ, ਫਾਂਸੀ ਨਹੀਂ ਪੜ੍ਹਨਾ। ਫਾਂਸੀ ਹੁੰਦਾ ਫਲਾਣੇ ਬੰਦੇ ਨੂੰ ਫਾਂਸੀ ਲੱਗ ਹੋ ਗਈ ਹੈ ਜੀ, ਉਹਦੇ ਗਲ 'ਚ ਰੱਸਾ ਜਿਹਾ ਪਾ ਦਿੰਦੇ, ਫਿਰ ਉਹ ਝਟਕਾ ਮਾਰਦੇ ਨੇ, ਉਹਦੇ ਜਿਹੜੀ ਗਲ ਦੀ ਹੱਡੀ ਟੁੱਟ ਜਾਂਦੀ, ਮਰ ਜਾਂਦਾ। ਉਹ ਫਾਂਸੀ ਹੈ ਜਿਹਨੂੰ ਫਾਹੀ ਕਹਿੰਦੇ ਨੇ। ਤਾਂ ਫਲਾਣੇ ਬੰਦੇ ਨੇ ਫਾਹਾ ਲੈ ਲਿਆ ਜੀ, ਗਲ 'ਚ ਰੱਸਾ ਪਾ ਕੇ ਲਟਕ ਗਿਆ, ਛੱਤ ਨਾਲ ਮਰ ਗਿਆ। ਫਾਂਸੀ ਮੈਨੇ ਫਾਹਾ। ਚਿਤਵਤ ਰਿਓ ਠਗੌਰ, ਨਾਨਕ ਫਾਂਸੀ ਗਲ ਭਰੀ। ਨਰ ਚਾਹਤ ਕੁਛ ਔਰ, ਬੰਦਾ ਦੇ ਕੁਝ ਹੋਰ ਚਾਹੁੰਦਾ ਹੈ,
ਔਰੈ ਕੀ ਔਰੈ ਪਈ, ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਹੈ। ਬੰਦਾ ਕੁਝ ਹੋਰ ਚਾਹੁੰਦਾ, ਬੰਦਾ ਚਾਹੁੰਦਾ ਮੇਰੇ ਘਰ ਪੁੱਤਰ ਹੋਵੇ, ਰੱਬ ਨੂੰ ਵੀ ਨਹੀਂ, ਮੈਂ ਤਾਂ ਤੇਰੇ ਘਰ ਧੀ ਭੇਜਾਂਗਾ। ਮੰਗਦਾ ਰਿਹਾ ਪੁੱਤਰ, ਮਿਲ ਗਈ ਧੀ। ਨਰ ਚਾਹਤ ਕੁਛ ਔਰ, ਮਨੁੱਖ ਕੁਝ ਹੋਰ ਚਾਹੁੰਦਾ ਹੈ, ਔਰੈ ਕੀ ਔਰੈ ਪਈ, ਪਰ ਪਰਮਾਤਮਾ ਕੁਝ ਹੋਰ ਕਰ ਦਿੰਦਾ ਹੈ। ਚਿਤਵਤ ਰਹਿਓ ਠਗੌਰ, ਠਗੌਰ ਮੈਨੇ ਠੱਗੀ। ਬੰਦਾ ਸੋਚਦਾ ਮੈਂ ਲੋਕਾਂ ਨਾਲ ਠੱਗੀਆਂ ਕਰਾਂ, ਫਲਾਣੇ ਨਾਲ ਠੱਗੀ ਕਰਾਂ, ਫਲਾਣੇ ਨਾਲ ਠੱਗੀ ਕਰਾਂ, ਸਕੀਮਾਂ ਬਣਾਉਂਦਾ ਕਿਵੇਂ ਠੱਗਾਂ ਇਸ ਨੂੰ। ਕਿਉਂਕਿ ਠੱਗ ਜਿਹੜੇ ਲੋਕ ਨੇ ਇਹ ਸਿਆਣੇ ਨਹੀਂ ਹੁੰਦੇ, ਪਰ ਇਹ ਚਲਾਕ ਬਹੁਤ ਹੁੰਦੇ ਨੇ। ਸੰਸਾਰ 'ਚ ਸਿਆਣੇ ਲੋਕ ਬਹੁਤ ਘੱਟ ਨੇ, ਚਲਾਕ ਬਹੁਤ ਨੇ। ਸਿਆਣਾ ਤਾਂ ਉਂਝ ਹੀ ਨਹੀਂ ਠੱਗੀ ਕਿਸੇ ਨਾਲ ਕਰੇਗਾ, ਸਿਆਣਾ ਦੇ ਕਿਸੇ ਦਾ ਨੁਕਸਾਨ ਹੀ ਨਹੀਂ ਕਰੇਗਾ। ਜਿਹੜੇ ਠੱਗ ਨੇ ਇਹਨਾਂ ਦਾ ਕੰਮ ਹੀ ਹੈ ਦੂਜੇ ਦਾ ਨੁਕਸਾਨ ਕਰਨ, ਠੱਗੀ ਕਰਨ। ਇਹ ਇੰਨੇ ਚਲਾਕ ਹੁੰਦੇ ਨੇ ਕਿ ਚੰਗੇ ਭਲਿਆਂ ਦੀ ਮੱਤ ਮਾਰ ਦਿੰਦੇ ਨੇ, ਚੰਗੇ ਭਲੇ ਠੱਗ ਕੇ ਲੈ ਜਾਂਦੇ। ਯੂਪੀ 'ਚ ਇੱਕ ਬੰਦਾ ਆਪਣੇ ਆਪ ਨੂੰ ਪੱਤਰਕਾਰ ਕਹਿੰਦਾ, ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਸਭ ਨੂੰ ਟੈਲੀਫੋਨ ਕਰਦੇ। ਕਿਸੇ ਨੇ ਕਿਹਾ 40,000 ਦਿਓ ਤੁਹਾਡਾ ਕਰਜ਼ਾ ਮਾਫ਼ ਕਰਾ ਦੇਵਾਂ ਜੱਟਾਂ ਨੂੰ, ਕਿਸੇ ਨੇ ਕਿਹਾ ਤੇਰਾ ਕਰਜ਼ਾ ਜ਼ਿਆਦਾ 1 ਲੱਖ ਦੇ, ਤੇਰਾ ਕਰਜ਼ਾ ਮਾਫ਼ ਕਰਾ ਦੇਣਾ। ਕਈ ਲੱਖ ਇਕੱਠਾ ਕਰ ਲਿਆ, ਅੱਜ ਮਾਫ਼ ਕਰਾਉਂਦਾ। ਉਹ ਮਗਰ ਫਿਰੀ ਜਾਂਦੇ ਨੇ, ਉਹ ਪਰਵਾਹ ਹੀ ਨਹੀਂ ਕਰਦੇ। ਜਾਂ ਕਦੇ ਜਿਹੜਾ ਤੁਸੀਂ ਜ਼ੋਰ ਲਾਣਾ ਲਾ ਲਓ, ਉਹ ਪੁਲਿਸ ਵਾਲੇ ਆਉਂਦੇ ਹੋਣਗੇ, ਉਹਨਾਂ ਨੂੰ ਕੋਈ ਪੈਸੇ ਦੇ ਦਿੰਦਾ ਹੋਣਾ, ਚੱਲ ਖਤਮ। ਠੱਗ ਨੇ ਆਪਣੇ ਰਿਸ਼ਤੇਦਾਰਾਂ ਨੂੰ ਠੱਗ ਲਿਆ। ਉਹ ਰਿਸ਼ਤੇਦਾਰ ਕਹਿੰਦੇ ਉਹ ਤੈਨੂੰ ਜੇ ਪੁਲਿਸ ਫੜ ਕੇ ਲੈ ਗਈ, ਰਿਸ਼ਤੇਦਾਰ ਹੋ ਸਕਦਾ ਤੇਰੀ ਕੋਈ ਸਹਾਇਤਾ ਕਰ, ਤੂੰ ਤਾਂ ਰਿਸ਼ਤੇਦਾਰ ਹੀ ਨਹੀਂ ਛੱਡੇ, ਰਿਸ਼ਤੇਦਾਰ ਹੀ ਨਹੀਂ ਛੱਡੇ। ਇਸ ਲਈ ਜਿਹਨੂੰ ਉਹਦਾ ਟਰੈਕਟਰ ਮਿਲ ਗਿਆ ਟਰੈਕਟਰ ਚਲਾ ਕੇ ਲੈ ਗਿਆ, ਜਿਹਨੂੰ ਉਹਦੀ ਕਾਰ ਵਾਲੀ ਕਾਰ ਚਲਾ ਕੇ ਲੈ ਗਿਆ, ਜਿਹਨੂੰ ਜੋ ਉਹਦੇ ਘਰ ਦਾ ਸਮਾਨ ਮਿਲਿਆ ਚੱਕ ਕੇ ਲੈ ਗਿਆ, ਰਿਸ਼ਤੇਦਾਰ ਨਹੀਂ ਛੱਡੇ। ਮੈਂ ਤੁਹਾਡਾ ਕਰਜ਼ਾ ਮਾਫ਼ ਕਰਾਉਣਾ, ਅੱਜ ਹੁੰਦਾ ਮਾਫ਼। ਇਹ ਠੱਗ ਨੇ, ਇਹ ਬਹੁਤ ਚਲਾਕ ਹੁੰਦੇ ਨੇ, ਸਿਆਣੇ ਨਹੀਂ ਹੁੰਦੇ, ਚਲਾਕ ਹੁੰਦੇ ਨੇ। ਅੱਜ ਮਨੁੱਖ ਸਿਆਣੇ ਘੱਟ ਨੇ, ਚਲਾਕ ਜ਼ਿਆਦਾ ਨੇ। ਜੇ ਮਨੁੱਖ ਸਿਆਣੇ ਹੋਣ ਫਿਰ ਤਾਂ ਸਮਾਜ ਸੁਖੀ ਹੋ ਜਾਏ, ਇਹ ਫਿਰ ਤਾਂ ਸੁਖੀ ਹੋ ਜਾਣ ਲੋਕ। ਸਿਆਣੇ ਦੇ 10-15% ਨੇ, ਬਾਕੀ ਸਭ ਐਵੇਂ ਨੇ। ਚੋਰ ਡਾਕੂ ਲਟੇਰੇ ਠੱਗ ਬਦਮਾਸ਼ ਰਿਸ਼ਵਤ ਖੋਰ ਮਿਲਾਵਟ ਖੋਰ ਨਸ਼ੇ ਖੋਰ, ਪਤਾ ਨਹੀਂ ਕੌਣ ਕੌਣ ਨੇ। ਸਭ ਸਮਾਜ ਇਸ ਤਰ੍ਹਾਂ ਭਰਿਆ ਹੋਇਆ ਹੈ। ਇਸ ਲਈ ਸਾਰੇ ਪਾਸੇ ਦੁੱਖ ਹੀ ਦੁੱਖ, ਦੁੱਖ ਹੀ ਦੁੱਖ ਫੈਲ ਗਿਆ ਹੈ। ਸ਼ਾਂਤੀ ਦੇ ਕਿਤੇ ਰਹੀ ਨਹੀਂ ਹੈਗੀ। ਇਸ ਲਈ ਗੁਰੂ ਮਹਾਰਾਜ ਚਿਤਵਤ ਰਹਿਓ ਠਗੌਰ, ਠੱਗੀਆਂ ਮਾਰਨ ਬਾਰੇ ਸੋਚਦਾ ਰਿਹਾ। ਨਾਨਕ ਫਾਂਸੀ ਗਲ ਪਰੀ, ਉਹਦੀ ਪਤਾ ਲੱਗਾ ਜਦ ਜਮਦੂਤ ਫਾਹੀ ਲੈ ਕੇ ਆ ਗਏ ਵੀ ਚੱਲ ਬਈ ਸੱਜਣਾ, ਗਲ 'ਚ ਫਾਹੀ ਪਾ ਲਈ, ਚੱਲ ਬਈ ਹੁਣ। ਠੱਗੀ ਕਰਦਾ ਰਿਹਾ ਅਤੇ ਠੱਗੀਆਂ ਮਾਰਨ ਬਾਰੇ ਸੋਚਦੇ ਰਿਹਾ। ਜਿਸ ਕੰਮ ਨਾਮ ਜਪਣਾ ਸੀ ਉਹ ਤਾਂ ਕੀਤਾ ਹੀ ਨਾ, ਉਹ ਤਾਂ ਕੀਤਾ ਹੀ ਨਾ। ਸੋਚਦੇ ਠੱਗੀਆਂ ਮਾਰਾਂਗਾ, ਔਰੈ ਕੀ ਔਰੈ ਪਈ। ਉਹ ਸੋਚ ਰਹੇ ਠੱਗੀਆਂ ਮਾਰਨ ਨੂੰ, ਔਰੈ ਪਰਮਾਤਮਾ ਨੇ ਹੋਰ ਹੀ ਕਰਦਾ। ਜੰਮ ਭੇਜ ਤੇ ਫਾਹੀ ਦੇ ਕੇ ਫੜ ਲਓ ਇਹਨੂੰ, ਪਾਓ ਦੇ ਗਲ 'ਚ ਫਾਹੀ, ਲਿਆਓ ਇਹਨੂੰ ਫੜ ਕੇ। ਇਸ ਲਈ ਸਹੀ ਕੰਮ ਕਰਨੇ ਚਾਹੀਦੇ ਨੇ, ਆਪ ਹੀ ਭੋਗਣੇ ਨੇ। ਇੱਕ ਤਾਂ ਹੁੰਦਾ ਮੈਂ ਮਾੜਾ ਕੰਮ ਕੀਤਾ, ਭੋਗੇਗਾ ਕੋਈ ਹੋਰ ਨਹੀਂ। ਗੁਰਬਾਣੀ ਕਹਿੰਦੇ ਇਹ ਕਰ ਕਰੇ ਸੋ ਇਹ ਕਰ ਪਾਏ, ਆਹ ਹੱਥ ਕਰੇਗਾ ਇਹੀ ਹੱਥ ਪਾਏਗਾ। ਜਿਹੜਾ ਮਨੁੱਖ ਕਰਮ ਕਰੇਗਾ ਉਹਦਾ ਫਲ ਉਹੀ ਭੋਗੇਗਾ, ਉਹੀ ਭੋਗੇਗਾ। ਅਤੇ ਫਲ ਤਾਂ ਭੋਗਣਾ ਹੀ ਪੈਣਾ।
ਜਿਹੜਾ ਅੱਜ ਤੁਸੀਂ ਦੁੱਖ ਭੋਗ ਰਹੇ ਹੋ, ਤੁਹਾਡੇ ਹੀ ਪਾਪਾਂ ਦਾ ਫਲ ਹੈ। ਇਹ ਤੁਹਾਡੇ ਹੀ ਮਾੜੇ ਕਰਮਾਂ ਦਾ ਫਲ ਹੈ। ਤੁਸੀਂ ਉਹ ਕਰਮ ਕੀਤੇ, ਹੁਣ ਭੋਗੀ ਜਾਓ, ਹੁਣ ਭੋਗੀ ਜਾਓ। ਅਬ ਕਿਉਂ ਰੋਵ ਤੰਦ, ਹੁਣ ਮੂਰਖਾ ਕਿਉਂ ਰੋਣਾ? ਨਾ ਕਰਦਾ, ਨਾ ਕਰਦਾ। ਬੁਰਾਈ ਕਰਨ ਵੇਲੇ ਆਨੰਦ ਬਹੁਤ ਆਉਂਦਾ ਹੈ। ਇਸ ਲਈ ਬੰਦਾ ਬੁਰਾਈ ਕਰਦਾ, ਜਦੋਂ ਫਸ ਜਾਂਦਾ ਫਿਰ ਪਛਤਾਉਂਦਾ। ਆਪ ਪਛਤਾਏ ਕਿਆ ਹੋਤ ਜਬ ਚਿੜੀਆਂ ਚੁਗ ਗਈ ਖੇਤ। ਹੁਣ ਕੀ ਬਣਦਾ? ਹੁਣ ਤਾਂ ਲੈ ਗਏ ਪੁਲਿਸ ਵਾਲੇ ਫੜ ਕੇ, ਨਾਲੇ ਉਹ ਕਟਾਪਾ ਕਰਨਗੇ, ਨਾਲੇ ਪੈਸੇ ਲੈਣਗੇ, ਫਿਰ ਵਕੀਲਾਂ ਨੂੰ ਪੈਸੇ ਦੇਂਗੇ। ਇੰਨਾ ਕੁਛ ਕਰਨ ਦੇ ਬਾਵਜੂਦ ਤੈਨੂੰ ਜੇਲ੍ਹ ਹੋ ਜਾਣੀ ਹੈ, ਬੈਠਾ ਰਹੇ ਹੁਣ ਜੇਲ੍ਹ। ਫਿਰ ਅਰਦਾਸਾਂ ਕਰਨ ਦੇ ਇੱਥੇ ਜੀ ਜ਼ਮਾਨਤ ਛੇਤੀ ਹੋ ਜਾਏ ਬਾਬਾ ਜੀ। ਮੈਂ ਕਾਹਦੇ 'ਚ ਫੜਿਆ ਗਿਆ ਜੀ? ਨਸ਼ੇ 'ਚ। ਮੈਂ ਤਾਂ ਨਹੀਂ ਹੁੰਦੀ ਛੇਤੀ ਜ਼ਮਾਨਤ, ਫਿਰ ਨਹੀਂ ਛੇਤੀ ਜ਼ਮਾਨਤ ਹੁੰਦੀ। ਬੈਠੇ ਰਹੋ, ਖਾਓ ਜੇਲ੍ਹ ਦੀਆਂ ਰੋਟੀਆਂ। ਸੋ ਇਸ ਲਈ ਮਨੁੱਖ ਨੂੰ ਬੁਰਾਈ ਚੰਗੀ ਲੱਗਦੀ ਹੈ, ਇਹਨੂੰ ਠੱਗੀਆਂ ਚੰਗੀਆਂ ਲੱਗਦੀਆਂ ਨੇ। ਠੱਗੀਆਂ ਬਾਰੇ ਸੋਚ, ਇਹ ਨਹੀਂ ਪਤਾ ਕਦੋਂ ਜਮਾਂ ਦੀ ਫਾਹੀ ਆ ਪੈਣੀ। ਚਿਤਵਤ ਰਹਿਓ ਠਗੌਰ, ਠੱਗੀਆਂ ਬਾਰੇ ਸੋਚਦਾ ਰਿਹਾ, ਨਾਨਕ ਫਾਂਸੀ ਗਲ ਪਰੇ। ਅਤੇ ਜਮਦੂਤਾਂ ਦੀ ਫਾਹੀ ਗਲ 'ਚ ਆ ਕੇ ਪੈ ਗਈ। ਇਸ ਲਈ ਮਨੁੱਖ ਕੁਝ ਹੋਰ ਸੋਚਦਾ, ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਹੈ। ਇਸ ਲਈ ਗਲਤ ਨਹੀਂ ਸੋਚੀਦਾ। ਗਲਤ ਸੋਚਾਂਗੇ ਤਾਂ ਗਲਤ ਕਰਾਂਗੇ ਵੀ। ਪਹਿਲਾਂ ਹਮੇਸ਼ਾ ਸੋਚ ਆਉਂਦੀ ਹੈ। ਜਿੰਨੀਆਂ ਸਾਇੰਸ ਦੀਆਂ ਖੋਜਾਂ ਤੁਸੀਂ ਦੇਖੀਆਂ, ਸਭ ਪਹਿਲਾਂ ਸੋਚ ਆਈ, ਖਿਆਲ ਆਇਆ ਉਸਦਾ। ਹੱਥ ਨਾਲ ਪੱਖਾ ਝੱਲਦੇ ਸਨ, ਕਿਸੇ ਨੇ ਕਿਹਾ ਤਾਂ ਥੱਕ ਜਾਈਦੇ ਯਾਰ, ਹੁਣ ਨੀਂਦ ਆਉਂਦੀ ਹੈ, ਕੌਣ ਪੱਖਾ ਝੱਲੇ? ਅਮੀਰਾਂ ਨੇ ਤਾਂ ਨੌਕਰ ਰੱਖ ਲਏ ਕਿ ਭਾਈ ਝੱਲਦਾ ਰਹਿ ਸਾਨੂੰ ਪੱਖਾ। ਪਰ ਨਹੀਂ, ਇੱਛਾ ਹੋਈ ਇਹ ਪੱਖਾ ਆਪਣੇ ਆਪ ਚੱਲਣਾ ਚਾਹੀਦਾ ਹੈ, ਅਤੇ ਆ ਪੱਖੇ ਦੀ ਖੋਜ ਨਿਕਲੀ। ਨੈਸੈਸਿਟੀ ਇਜ਼ ਦੀ ਮਦਰ ਆਫ ਐਨ ਇਨਵੈਂਸ਼ਨ। ਲੋੜ ਕਾਢ ਦੀ ਮਾਂ ਹੈ। ਪਹਿਲਾਂ ਲੋੜ ਪਈ, ਫਿਰ ਕਿਸੇ ਨੇ ਕਾਢ ਕੱਢ ਲਈ, ਕਾਢ ਕੱਢ ਲਈ ਕਿਸੇ ਨੇ। ਸੋ ਪਹਿਲਾਂ ਖਿਆਲ ਆਉਂਦਾ ਚੋਰੀ ਦਾ, ਬਾਅਦ 'ਚ ਮਨੁੱਖ ਚੋਰ ਬਣਦਾ। ਸਿੱਧਾ ਨਹੀਂ ਚੋਰ ਬਣ ਗਿਆ, ਪਹਿਲਾਂ ਖਿਆਲ ਆਉਂਦਾ ਹੁੰਦਾ ਹਮੇਸ਼ਾ। ਠੱਗੀ ਕਰਨੀ ਹੈ, ਪਹਿਲਾਂ ਠੱਗੀ ਦਾ ਖਿਆਲ ਆਵੇਗਾ। ਭਜਨ ਬੰਦਗੀ ਕਰਨੀ ਹੈ, ਪਹਿਲਾਂ ਭਜਨ ਬੰਦਗੀ ਦਾ ਖਿਆਲ ਆਵੇਗਾ, ਫਿਰ ਭਜਨ ਬੰਦਗੀ ਕਰੋਗੇ। ਪਹਿਲਾਂ ਖਿਆਲ ਆਇਆ ਕਰਦਾ, ਉਹ ਖਿਆਲ ਫਿਰ ਪ੍ਰੈਕਟੀਕਲ ਵਿੱਚ ਬਦਲਦਾ ਹੈ। ਇਸ ਲਈ ਬੰਦਾ ਕੁਝ ਹੋਰ ਚਾਹੁੰਦਾ ਹੈ, ਪਰਮਾਤਮਾ ਕੁਝ ਹੋਰ ਕਰ ਦਿੰਦਾ ਹੈ। ਕਹਾਵਤ ਹੈ, ਬੰਦਾ ਜੋੜੇ ਪਲੀ ਪਲੀ, ਰਾਮ ਰੁੜਾਵੇ ਕੁੱਪਾ। ਪਲੀ ਕਦੇ ਤੁਸੀਂ ਨਾ ਜਿਹੜਾ ਤੇਲ ਪੀਪੇ 'ਚੋਂ ਤੇਲ ਕੱਢਦੇ ਨਾ, ਉਹ ਜੇ ਹੁਣ ਡੰਡੀ ਜਿਹੀ ਲੱਗੀ ਹੁੰਦੀ ਅੱਗੇ, ਅੱਗੇ ਜੋ ਕੜਛੀ ਜਿਹੀ ਹੁੰਦੀ, ਇਸ ਤਰ੍ਹਾਂ ਬਣੀ ਹੁੰਦੀ ਪਲੀ, ਉਹਨੂੰ ਪਲੀ ਕਹਿੰਦੇ ਨੇ। ਥੋੜ੍ਹਾ ਥੋੜ੍ਹਾ ਕਰਕੇ ਕੁੱਜਾ ਭਰ ਲੈ ਤੇਲ ਦਾ। ਬੰਦਾ ਜੋੜੇ ਪਲੀ ਪਲੀ, ਰਾਮ ਰੁੜਾਵੇ ਕੁੱਪਾ। ਐਸਾ ਹੋਏਗਾ ਠੁੱਡਾ ਵੱਜਿਆ, ਸਾਰਾ ਤੇਲ ਹੀ ਡੁੱਲ ਗਿਆ। ਕਈ ਦਿਨ ਜੋੜਦਾ ਰਿਹਾ, ਉਹ ਸਾਰੇ ਡੁੱਲ ਗਏ। ਇਸ ਲਈ ਬੰਦਾ ਕਈ ਵਾਰੀ ਸੋਚਦਾ ਕੁਝ ਹੋਰ ਹੈ, ਹੋ ਕੁਝ ਹੋਰ ਜਾਂਦਾ ਹੈ। ਜ਼ਰੂਰੀ ਨਹੀਂ ਕਿ ਜੋ ਇਹ ਸੋਚ ਰਿਹਾ ਉਹੀ ਹੋਊਗਾ। ਹੋਣਾ ਤਾਂ ਜੋ ਪਰਮਾਤਮਾ ਨੂੰ ਮਨਜ਼ੂਰ ਹੈ। ਬੰਦਾ ਸੋਚਦਾ ਲੜਕਾ ਹੋਵੇ, ਪਰਮਾਤਮਾ ਨੂੰ ਮਨਜ਼ੂਰ ਹੈ, ਨਹੀਂ ਲੜਕੀ ਮੈਂ ਤਾਂ ਤੇਰੇ ਘਰ ਭੇਜਣੀ, ਉਹ ਲੜਕੀ ਭੇਜ ਦਿੰਦਾ। ਪਰ ਇਹ ਬੜੇ ਨੱਕ ਨੁੱਕ ਰਗੜੇ ਮੰਦਰਾਂ ਗੁਰਦੁਆਰਿਆਂ ਜਾ ਕੇ, ਪਰਮਾਤਮਾ ਨੇ ਨਹੀਂ ਮੰਨਿਆ, ਲੜਕੀ ਭੇਜਦੀ ਹੈ। ਕਈ ਆ ਜਾਣਗੇ, ਸਾਡੀ ਕੁੜੀ ਦਾ ਵਿਆਹ ਨਹੀਂ ਹੋ ਰਿਹਾ। ਮੈਂ ਜੀ ਜਿਹਦੇ ਨਾਲ ਸੰਯੋਗ ਹੋਣਗੇ ਉਹ ਆਵੇਗਾ ਤਾਂ ਵਿਆਹ ਹੋਵੇਗਾ, ਉਡੀਕ ਕਰੋ। ਨਹੀਂ ਜੀ 30-32 ਸਾਲਾਂ ਦੀ ਹੋ ਗਈ ਹੈ। ਫਿਰ ਮੈਂ ਉਹਨਾਂ ਦੀ ਤਸੱਲੀ ਲਈ ਥੋੜ੍ਹਾ ਜਿਹਾ ਹੌਸਲਾ ਹੋ ਜਾਏ। ਮੈਂ ਜਦੋਂ ਮੇਰੀ ਸ਼ਾਦੀ ਹੋਈ ਮੈਂ 35.5 ਸਾਲ ਦਾ ਸੀ।
ਤੇ ਮੇਰੀ ਘਰ ਵਾਲੀ 35 ਸਾਲਾਂ ਦੀ ਸੀ, MA BEd ਸੀ, ਸਰਕਾਰੀ ਟੀਚਰ ਲੱਗੀ ਹੋਈ ਸੀ। ਜਿਨ੍ਹਾਂ ਦੀ ਜਵਾਨ ਕੁੜੀ, ਕਮਾਉਣ ਵਾਲੀ ਲੜਕੀ, ਗੋਰੀ ਲੜਕੀ 35 ਸਾਲ ਦੀ ਹੋ ਜੇ, ਉਹ ਮਾਂ ਪਿਓ ਨੂੰ ਤਾਂ ਚਿੰਤਾ ਹੋਵੇਗੀ ਨਾ ਵੀ ਸਾਡੀ ਕੁੜੀ ਕੁਆਰੀ ਹੈ ਜੀ। ਮੈਂ ਤੁਹਾਡੀ ਕੁੜੀ ਤਾਂ 32 ਸਾਲ ਦੀ ਹੈ, 3 ਸਾਲ ਹੋਰ ਉਡੀਕ ਕਰ ਲਓ, ਥੋੜ੍ਹੇ ਟਿਕ ਜਾਂਦੇ ਨੇ। ਫਿਰ ਮੈਂ ਜਦੋਂ ਸ਼ਾਦੀ ਹੋਣੀ ਉਦੋਂ ਹੀ ਹੋਣੀ ਹੈ। ਮੈਨੂੰ ਜੋਤਸ਼ੀ ਨੇ ਪਹਿਲਾਂ ਹੀ ਤਾਂ 11 ਸਾਲ ਪਹਿਲਾਂ ਦੱਸਤਾ ਸੀ। 1967 'ਚ ਮੈਨੂੰ ਜੋਤਸ਼ੀ ਕਿਹਾ ਤੁਹਾਡੀ ਸ਼ਾਦੀ 78 'ਚ ਹੋਣੀ, 1978 'ਚ। ਮੈਂ ਸਗੋਂ ਉਹਨੂੰ ਕਹਿ ਰਿਹਾ ਮੈਂ ਨਹੀਂ ਕਰਾਉਣੀ ਯਾਰ, ਮੈਂ ਤਾਂ ਭਜਨ ਬੰਦਗੀ। ਕਹਿੰਦੇ ਹੋਣੀ ਹੈ ਜੀ, 1978 'ਚ ਹੋਣੀ ਹੈ। ਮਾਂ ਬਾਪ ਕਹਿੰਦੇ ਪੁੱਤ ਸ਼ਾਦੀ ਕਰਾ ਲੈ। ਮੈਂ ਦੇਖੋ ਜੀ, ਮੈਨੂੰ ਜੋਤਸ਼ੀ ਕਿਹਾ 1978 ਸ਼ਾਦੀ ਹੋਣੀ। ਜੇ ਤੁਸੀਂ 1978 ਤੱਕ ਜਿਉਂਦੇ ਰਹੇ ਵੇਖ ਲਓਗੇ, ਜੇ ਪਹਿਲਾਂ ਭੋਗ ਪੈ ਗਿਆ ਸਤਿ ਸ੍ਰੀ ਅਕਾਲ। ਉਹੀ ਗੱਲ, ਮਾਂ 1971 'ਚ ਮਰ ਗਈ, ਬਾਪ 1970 'ਚ ਮਰ ਗਿਆ, ਮੇਰੀ ਸ਼ਾਦੀ 1978 'ਚ ਹੋਈ। ਦੋਨੋਂ ਹੀ ਨਹੀਂ ਵੇਖ ਸਕੇ। ਜਦੋਂ ਲਿਖਿਆ ਹੋਇਆ ਉਦੋਂ ਹੀ ਹੋਣਾ, ਉਦੋਂ ਪਹਿਲਾਂ ਕਿਵੇਂ ਹੋ ਜਾਏਗਾ? ਐਵੇਂ ਨਹੀਂ ਚਿੰਤਾ ਕਰੀ ਜਾਈਦੀ ਹੁੰਦੀ। ਹਰ ਇੱਕ ਚੀਜ਼ ਦਾ ਸਮਾਂ ਨਿਸ਼ਚਿਤ ਹੈ। ਹਰ ਇੱਕ ਚੀਜ਼ ਨੇ ਨਿਸ਼ਚਿਤ ਸਮੇਂ 'ਤੇ ਆ ਕੇ ਹੀ ਤੁਹਾਨੂੰ ਮਿਲਣਾ ਹੈ, ਉਹ ਤੋਂ ਪਹਿਲਾਂ ਨਹੀਂ ਮਿਲਣੀ। ਇਸ ਲਈ ਹਰ ਇੱਕ ਚੀਜ਼ ਦੀ ਉਡੀਕ ਕਰਨੀ ਪੈਂਦੀ ਹੈ। ਇੱਕ ਬੜੀ ਸੋਹਣੀ ਲੜਕੀ, ਜਵਾਨ, ਸੋਹਣੀ, ਸੁਨੱਖੀ ਆ ਗਈ। ਕਹਿ ਜੀ ਮੈਂ 38 ਸਾਲ ਦੀ ਹੋ ਗਈ ਹਾਂ, ਮੈਂ ਪ੍ਰੋਫੈਸਰ ਲੱਗੀ ਹੋਈ ਹਾਂ, ਮੇਰੀ ਸ਼ਾਦੀ ਨਹੀਂ ਹੋ ਰਹੀ। ਮੈਂ ਕਿਹਾ ਬੀਬਾ ਤੁਹਾਡੀ ਉਮਰ ਬਹੁਤ ਹੋ ਗਈ ਹੈ। ਡਾਕਟਰੀ ਪੁਆਇੰਟ ਤੋਂ ਤੁਹਾਡੇ ਘਰ 'ਤੇ ਬੱਚਾ ਹੀ ਨਹੀਂ ਹੋਣਾ। ਡਾਕਟਰੀ ਪੁਆਇੰਟ ਤੋਂ 35 ਸਾਲ ਤੱਕ ਹੀ ਬੱਚਾ ਹੁੰਦਾ। ਜੇ ਪਹਿਲਾ ਬੱਚਾ 35 ਸਾਲ ਤੱਕ ਨਹੀਂ ਹੋਇਆ, ਫਿਰ ਬੱਚਾ ਹੋਣ ਦੀ ਸੰਭਾਵਨਾ ਕੋਈ ਨਹੀਂ ਹੁੰਦੀ। ਇਹ ਤਾਂ ਮਗਰੋਂ ਵੀ ਵਕਤ ਖੜਾ ਹੋ ਜਾਏਗਾ। ਕਹਿਣ ਦਾ ਮਤਲਬ ਸੋਹਣੀ ਸੁਨੱਖੀ ਹੈ, ਮੈਂ ਉਹਨੂੰ ਵੇਖਿਆ ਮੇਰੀ ਰੂਹ ਖੁਸ਼ ਹੋ ਗਈ, ਕਿੰਨੀ ਜ਼ਬਰਦਸਤ ਪਰਸਨੈਲਿਟੀ ਹੈ, ਪ੍ਰੋਫੈਸਰ ਲੱਗੀ ਹੋਈ ਹੈ, 38 ਸਾਲਾਂ ਦੀ ਹੋ ਗਈ ਹੈ, ਸ਼ਾਦੀ ਨਹੀਂ ਹੋ ਰਹੀ। ਸ਼ਾਦੀ ਨਹੀਂ ਹੋ ਰਹੀ। ਉਹ ਕਿੰਨੇ ਸੰਤ ਮਹਾਤਮਾ ਨੇ ਛੜੇ ਹੀ ਨੇ ਨਾ, ਬਿਹੰਗਮ ਜੀ ਨੂੰ ਕਹਿੰਦੇ ਨੇ, ਨਹੀਂ ਸ਼ਾਦੀ ਹੋਈ, ਨਹੀਂ ਕਰਾਈ ਜਾਂ ਨਹੀਂ ਹੋਈ। ਅਸਲ ਹੋਣੀ ਨਹੀਂ ਸੀ, ਇਸ ਲਈ ਉਹਨਾਂ ਦੇ ਮਨ 'ਚ ਆ ਗਿਆ ਵੀ ਸ਼ਾਦੀ ਨਹੀਂ ਕਰਾਉਣੀ, ਹੋਣੀ ਹੀ ਨਹੀਂ ਸੀ। ਕਿੰਨੇ ਹੀ ਨੇ, ਕਿੰਨੀਆਂ ਡਾਕਟਰਨੀਆਂ ਨੇ ਜਿਨ੍ਹਾਂ ਦੇ ਘਰ ਕੋਈ ਬੱਚਾ ਨਹੀਂ ਹੈਗਾ, ਜਿਨ੍ਹਾਂ ਦੇ ਘਰ ਕੋਈ ਬੱਚਾ ਨਹੀਂ ਹੈਗਾ, ਹਾਲਾਂਕਿ ਡਾਕਟਰਨੀਆਂ ਨੇ। ਜੋ ਪਰਮਾਤਮਾ ਨੇ ਦੇਣਾ ਉਹੀ ਮਿਲਣਾ। ਸਾਡਾ ਕੰਮ ਹੈ ਆਪਣੀ ਕਿਰਤ ਕਰਨਾ ਅਤੇ ਨਾਮ ਜਪੀ ਜਾਣਾ, ਬਸ। ਆਪੇ ਪਰਮਾਤਮਾ ਜੋ ਚਾਹੇਦਾ ਦਿੰਦਾ ਰਹੇਗਾ। ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ। ਮੰਗ ਮੰਗ ਕੇ ਲਿਆ ਤੇ ਕੀ ਲਿਆ? ਮੰਗ ਮੰਗ ਕੇ ਲਿਆ ਤੇ ਕੀ ਲਿਆ? ਤੁਸੀਂ ਨਾਮ ਜਪੀ ਜਾਓ, ਪਰਮਾਤਮਾ ਆਪੇ ਖੁਸ਼ ਹੋ ਕੇ ਤੁਹਾਨੂੰ ਕੁਝ ਦੇ ਦੇਗਾ। ਜੋ ਦੇ ਦੇਗਾ ਅਸਲ 'ਚ ਉਹੀ ਸੁਗਾਤ ਹੈ, ਅਸਲ 'ਚ ਉਹੀ ਦਾਤ ਹੈ ਜੋ ਪਰਮਾਤਮਾ ਆਪਣੇ ਆਪ ਦੇਵੇ। ਪਰਮਾਤਮਾ ਨੇ ਲੜਕੀ ਦਿੱਤੀ ਹੈ, ਖੁਸ਼ੀ ਮਨਾਓ। ਸੱਚੇ ਪਾਤਸ਼ਾਹ ਕਿੰਨੇ ਪਰਿਵਾਰ ਨੇ ਜਿਨ੍ਹਾਂ ਦੇ ਘਰ ਕੋਈ ਬੱਚਾ ਨਹੀਂ ਹੋ ਰਿਹਾ, ਤੂੰ ਘੱਟ ਤੋਂ ਘੱਟ ਸਾਨੂੰ ਬੱਚਾ ਤਾਂ ਦਿੱਤਾ ਨਾ। ਦੇਖੋ ਮਨ ਨੂੰ ਸੰਤੁਸ਼ਟੀ ਹੋ ਜਾਏਗੀ। ਜੇ ਦੇਖੋ ਉਹ ਸਾਡੇ ਗੁਆਂਢੀ ਨੂੰ ਜਾਂ ਮੇਰੀ ਫਲਾਣੇ ਰਿਸ਼ਤੇਦਾਰ ਨੂੰ ਪੁੱਤਰ ਦਿੱਤਾ, ਮੈਨੂੰ ਨਹੀਂ ਰੱਬ ਨੇ ਪੁੱਤਰ ਦਿੱਤਾ, ਫਿਰ ਤੁਸੀਂ ਦੁਖੀ ਹੋਈ ਜਾਓਗੇ, ਫਿਰ ਦੁਖੀ ਹੋਈ ਜਾਓਗੇ। ਸਿਆਣੇ ਕਿ ਜੇ ਤਰੱਕੀ ਕਰਨੀ ਹੈ ਤਾਂ ਉੱਪਰ ਵਾਲੇ ਪਾਸ ਵੇਖੋ, ਜੇ ਸੰਤੁਸ਼ਟ ਰਹਿਣਾ ਫਿਰ ਹੇਠਾਂ ਵੇਖੋ। ਜੇ ਤੁਸੀਂ ਸੰਤੁਸ਼ਟ ਰਹਿਣਾ ਤਾਂ ਜਿਹੜੇ ਤੁਹਾਡੇ ਤੋਂ ਗਰੀਬ ਨੇ ਉਹਨਾਂ ਵੱਲ ਵੇਖੋ। ਹਾਂ, ਜੇ ਤੁਸੀਂ ਤਰੱਕੀ ਕਰਨੀ ਹੈ ਫਿਰ ਉੱਪਰ ਵਾਲਿਆਂ ਵੱਲ ਵੇਖੋ ਵੀ ਉਹ ਕਿੰਨੀ ਤਰੱਕੀ ਕਰ ਗਿਆ, ਮੈਂ ਵੀ ਕਰਾਂ। ਉਹ ਸੰਤੁਸ਼ਟੀ ਨਹੀਂ ਆਵੇਗੀ ਉਹਦੇ ਨਾਲ। ਤੁਹਾਨੂੰ ਸੰਤੁਸ਼ਟ ਰਹਿਣ ਲਈ ਜ਼ਰੂਰੀ ਹੈ ਕਿ ਆਪਣੇ ਤੋਂ ਨੀਵਿਆਂ ਨੂੰ ਵੇਖੋ। ਲੜਕੀ ਹੋ ਗਈ ਹੈ, ਸੰਤੁਸ਼ਟ ਰਹਿਣਾ, ਉਹਨਾਂ ਪਰਿਵਾਰਾਂ ਵੱਲ ਵੇਖੋ ਜਿਨ੍ਹਾਂ ਦੇ ਘਰ ਕੋਈ ਬੱਚਾ ਨਹੀਂ। ਬਿਲਕੁਲ ਕਈ ਆ ਜਾਣਗੇ, ਨਹੀਂ ਬਾਬਾ ਜੀ ਮਹਾਂਪੁਰਖ ਤਾਂ ਰੇਖ 'ਚ ਮੇਖ ਮਾਰ ਸਕਦੇ ਨੇ, ਕਰੋ ਕਿਰਪਾ ਕਰੋ।
ਬੱਚਾ ਹੋ ਜਾਏ। ਮੈਂ ਨਹੀਂ ਜੀ, ਗੁਰੂ ਮਹਾਰਾਜ ਕਹਿੰਦੇ ਤੁਹਾਡੇ ਭਾਗਾਂ 'ਚ ਬੱਚਾ ਹੈ ਨਹੀਂ ਜੀ, ਕੁਛ ਕਰੋ। ਫਿਰ ਮੈਂ ਕਹਿੰਦਾ ਯਾਰ ਜੇ ਮੈਂ ਕੁਛ ਕਰ ਸਕਦਾ ਹੁੰਦਾ ਮੈਂ ਆਪ ਹੀ ਨਾ ਜੰਮ ਲੈਂਦਾ ਜਵਾਕ। ਫਿਰ ਸਾਡੇ ਨਹੀਂ ਹੋਇਆ। ਜਿਹੜੇ ਪਹਿਲੀ ਵਾਰੀ ਉਹਦੇ ਬੜੇ ਹੈਰਾਨ ਹੁੰਦੇ, ਅੱਛਾ ਤੁਹਾਡੇ ਕੋਈ ਬੱਚਾ ਨਹੀਂ ਹੈ? ਕਹਿੰਦਾ ਅਸੀਂ ਤਾਂ ਸੋਚੇ ਤੁਹਾਡੇ ਬੱਚੇ ਫੌਰਨ ਗਏ ਨੇ। ਮੈਂ ਨਹੀਂ, ਮੈਂ ਹੀ ਨਹੀਂ ਗਿਆ ਬਸ। ਮੈਂ ਜੇ ਮੇਰੇ ਵੱਸ ਸਭ ਕੁਛ ਹੁੰਦਾ ਫਿਰ ਅਸੀਂ ਆਪ ਹੀ ਬੱਚਾ ਜੰਮ ਲੈਂਦੇ। ਪਰਮਾਤਮਾ ਨੇ ਤੁਹਾਡੇ ਭਾਗਾਂ 'ਚ ਨਹੀਂ ਲਿਖਿਆ। ਫਿਰ ਮੈਂ ਹੁਕਮਨਾਮਾ ਲਿਆ, ਮੈਂ ਹਾਂ ਤੁਹਾਨੂੰ ਬੱਚਾ ਗੋਦ ਲੈਣ ਦੀ ਆਗਿਆ, ਉਹ ਤੁਸੀਂ ਲੈਣਾ ਲੈ ਸਕਦੇ ਹੋ, ਤੁਹਾਡੇ ਘਰ ਬੱਚਾ ਨਹੀਂ ਹੋਵੇਗਾ। ਇਸ ਲਈ ਬੰਦਾ ਤਾਂ ਬੜਾ ਕੁਛ ਚਾਹੁੰਦਾ, ਨਰ ਚਾਹਤ ਕੁਛ ਹੋਰ, ਬੰਦਾ ਤਾਂ ਹੋਰ ਕੁਛ ਚਾਹੁੰਦਾ। ਔਰ ਹੈ ਕੀ ਹੋਰ ਹੈ ਪਈ, ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਹੈ। ਬੰਦਾ ਠੱਗੀਆਂ ਕਰਨ ਨੂੰ ਸੋਚ ਰਿਹਾ, ਰੱਬ ਨੇ ਜਮਦੂਤ ਭੇਜਦੇ, ਜਾਓ ਫੜ ਲਓ ਇਹਨੂੰ। ਅੱਗੇ ਕਹਿੰਦੇ ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ, ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। ਯਤਨ ਬਹੁਤ ਸੁਖ ਕੇ ਕੀਏ, ਸੁਖ ਲਈ ਦੇ ਬੜੇ ਯਤਨ ਕੀਤੇ। ਦੁੱਖ ਕੋ ਕੀਓ ਨਾ ਕੋਏ, ਪਰ ਦੁੱਖ ਤੋਂ ਬਚਣ ਲਈ ਕੋਈ ਯਤਨ ਨਹੀਂ ਕੀਤਾ ਵੀ ਦੁੱਖ ਤੋਂ ਕਿਵੇਂ ਬਚਿਆ ਜਾਵੇ, ਇਹਦੇ ਲਈ ਕੋਈ ਯਤਨ ਨਹੀਂ ਕੀਤਾ। ਸੁੱਖ ਲਈ ਕਰਦਾ ਰਿਹਾ। ਉਹ ਤਾਂ ਫਿਰ ਇੱਕ ਪਾਸੜ ਹੋ ਗਿਆ ਨਾ। ਜੇ ਤੁਸੀਂ ਦੁੱਖ ਤੋਂ ਬਚਣ ਦਾ ਯਤਨ ਕਰੋਗੇ ਆਪੇ ਸੁਖੀ ਰਹੋਗੇ। ਦੁੱਖ ਤੋਂ ਅਸੀਂ ਤਾਂ ਹੀ ਬਚ ਸਕਦੇ ਹਾਂ ਜੇ ਸਾਡੇ ਕਰਮ ਠੀਕ ਨੇ। ਕਰਮ ਠੀਕ ਨਹੀਂ ਕਰਨੇ, ਉਂਝ ਸੁੱਖ ਚਾਹੁਣਾ ਵੀ ਐਂ ਕੋਈ ਮਿਲ ਜੂਗਾ ਵੀ ਹੈ। ਮੰਦੇ ਕੰਮੀ ਨਾਨਕ ਜਦ ਕਦ ਮੰਦਾ ਹੋਏ, ਮੰਦੇ ਕੰਮਾਂ ਦਾ ਨਤੀਜਾ ਤੇ ਮੰਦਾ ਹੀ ਨਿਕਲਣਾ। ਬੋਏ ਪੇੜ ਬਬੂਲ ਕੇ ਆਮ ਕਹਾਂ ਤੇ ਖਾਏ, ਕਿੱਕਰ ਦੇ ਦਰਖਤ ਬੀਜ ਕੇ ਅੰਬ ਨਹੀਂ ਖਾਧੇ ਜਾ ਸਕਦੇ। ਮਾੜੇ ਕੰਮ ਕਰਕੇ ਚੰਗੇ ਦੀ ਆਸ ਨਹੀਂ ਰੱਖਣੀ ਚਾਹੀਦੀ। ਨਤੀਜੇ ਦੀ ਜੋ ਕਰਮ ਕਰ ਰਹੇ ਆ ਉਹ ਭੋਗਣੇ ਪੈਣੇ ਨੇ। ਮਨੁੱਖ ਮਾੜੇ ਕੰਮ ਕਰਕੇ ਸੁਖੀ ਹੋਣਾ ਚਾਹੁੰਦਾ, ਮੈਂ ਸੁਖੀ ਹੋ ਜਾ। ਚੋਰ ਵੀ ਸੁਖੀ ਹੋਣਾ ਚਾਹੁੰਦਾ, ਚਾਹੁੰਦੇ ਹੋਣਾ। ਡਾਕੂ ਵੀ ਸੁਖੀ ਹੋਣਾ ਚਾਹੁੰਦਾ, ਲੁਟੇਰਾ ਵੀ ਸੁਖੀ ਹੋਣਾ ਚਾਹੁੰਦਾ, ਤਾਂ ਹੀ ਲੁੱਟ ਰਿਹਾ ਨਾ ਵੀ ਮੇਰੇ ਕੋਲ ਮਾਇਆ ਹੈ ਕਿ ਮੈਂ ਸੁਖੀ ਹੋ ਜਾਵਾਂਗਾ। ਪਰ ਇਹੋ ਜਿਹੇ ਬੰਦੇ ਕਦੇ ਸੁਖੀ ਨਹੀਂ ਹੋਇਆ ਕਰਦੇ। ਜਿਹੜੇ ਕਰਮਚਾਰੀ ਰਿਸ਼ਵਤਾਂ ਲੈਂਦੇ ਨੇ ਕਦੇ ਇਹਨਾਂ ਦੀ ਚੱਜ ਦੀ ਔਲਾਦ ਨਹੀਂ ਹੁੰਦੀ। ਯਾਦ ਰੱਖੋ, ਇਹਨਾਂ ਦੀ ਔਲਾਦ ਕਦੇ ਚੱਜ ਦੀ ਨਹੀਂ ਹੋਵੇਗੀ। ਇੱਕ ਦਾ ਜਵਾਕ ਜ਼ਰੂਰ ਪੜਾ ਨਿਕਲਾਵੇਗਾ, ਸਾਰੇ ਘਰ ਦੀ ਸ਼ਾਂਤੀ ਖਤਮ ਹੋ ਜਾਏਗੀ। ਜਿਹਦੀ ਔਲਾਦ ਮਾੜੀ ਹੈ ਨਾ, ਸੋਚ ਲਓ, ਚੰਗੀ ਤਰ੍ਹਾਂ ਵਿਚਾਰ ਕਰ ਲਓ, ਤੁਸੀਂ ਜ਼ਰੂਰ ਜਿਹੜਾ ਹੈ ਤੁਹਾਡੀ ਕਮਾਈ ਗਲਤ ਸੀ। ਕਿਸੇ ਨਾ ਕਿਤੇ ਤੁਸੀਂ ਗਲਤ ਕਮਾਈ ਕੀਤੀ, ਉਹ ਘਰ ਦੇ ਜੀਆਂ ਨੂੰ ਖਵਾਈ। ਜਿਹੜੀ ਗਲਤ ਕਮਾਈ ਹੈ, ਹਰਾਮ ਦੀ ਕਮਾਈ ਹੈ, ਇਹ ਮੱਤ ਮਾਰ ਦਿੰਦੀ ਜੀਆਂ ਦੀ। ਕਿਸੇ ਨੇ ਕਦੀ ਮੱਤ ਮਾਰੀ ਗਈ, ਚਲੋ ਸਾਰੇ ਘਰ ਦੀ ਸ਼ਾਂਤੀ ਖਤਮ ਹੋਈ। ਲੈ ਲੈ ਰਿਸ਼ਵਤਾਂ, ਕਰ ਲੈ ਠੱਗੀਆਂ, ਕਰ ਲੈ ਚੋਰੀਆਂ, ਕਰ ਲੈ ਮਿਲਾਵਟਾਂ, ਕਰ ਲੈ। ਬੁਰਾਈ ਕਰਨੀ ਆਸਾਨ ਹੁੰਦੀ ਹੈ, ਪਰ ਬੁਰਾਈ ਦਾ ਜਦੋਂ ਫਲ ਭੋਗਣਾ ਇਹ ਬੜਾ ਔਖਾ ਹੁੰਦਾ। ਪਰ ਮਨੁੱਖ ਕਹਿੰਦਾ ਲੈ ਕਿਹੜਾ ਪੁੱਛਦਾ, ਇਹ ਕਹਿ ਕੇ ਟਾਲਦੇ, ਲੈ ਕਿਹੜਾ ਪੁੱਛਦਾ। ਪੁੱਛਣ ਵਾਲੇ ਵੀ ਆ ਜਾਂਦੇ ਨੇ। ਇਸ ਭੁਲੇਖੇ 'ਚ ਨਹੀਂ ਰਹਿਣਾ ਕਿ ਸਾਨੂੰ ਕਿਹਨੇ ਪੁੱਛਣਾ ਹੈ। ਕਈ ਵਾਰੀ ਵੱਡੇ ਵੱਡੇ ਅਫਸਰ ਸੋਚਦੇ ਸਾਨੂੰ ਕਿਹਨੇ ਪੁੱਛਣਾ। ਹੁਣ ਭੱਜੇ ਫਿਰਦੇ ਨੇ, ਹੁਣ ਭੱਜੇ ਫਿਰਦੇ ਨੇ। ਪੁੱਛਣ ਵਾਲੇ ਵੀ ਆ ਜਾਂਦੇ ਹੁੰਦੇ ਨੇ। ਇਸ ਭੁਲੇਖੇ 'ਚ ਨਹੀਂ ਰਹਿਣਾ ਕਿ ਸਾਨੂੰ ਕਿਹਨੇ ਪੁੱਛਣਾ ਹੈ। ਆ ਜਿਹੜੇ ਕਹਿੰਦੇ ਸਾਨੂੰ ਕਿਹਨੇ ਪੁੱਛਣਾ, ਜੇਲ੍ਹਾਂ 'ਚ ਬੈਠੇ ਨੇ, ਸਾਨੂੰ ਕਿਹਨੇ ਪੁੱਛਣਾ। ਸਾਡੇ ਮਗਰ ਲੱਖਾਂ ਦੁਨੀਆਂ, ਵੱਡੇ ਵੱਡੇ ਮਿਨਿਸਟਰ ਆ ਕੇ, ਵੱਡੇ ਵੱਡੇ ਅਫਸਰ ਆ ਕੇ ਸਾਨੂੰ ਮੱਥੇ ਟੇਕਦੇ ਨੇ, ਸਾਨੂੰ ਕਿਹਨੇ ਪੁੱਛਣਾ। ਜਿਨ੍ਹਾਂ ਨੇ ਇਹ ਭੁਲੇਖਾ ਸੀ ਨਾ, ਅੱਜ ਜੇਲ੍ਹਾਂ 'ਚ ਬੈਠੇ ਨੇ। ਕਿਸੇ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ ਵੀ ਸਾਨੂੰ ਕਿਹਨੇ ਪੁੱਛਣਾ।
ਸਮੇਂ ਦਾ ਕੋਈ ਪਤਾ ਨਹੀਂ ਹੁੰਦਾ, ਕਿਸ ਸਮੇਂ ਕਿਹੋ ਜਿਹਾ ਸਮਾਂ ਆ ਜਾਣਾ। ਇਸ ਲਈ ਹਮੇਸ਼ਾ ਡਰ ਕੇ ਰਹੀਦਾ ਹੈਗਾ। ਸੋ ਯਤਨ ਬਹੁਤ ਸੁੱਖ ਕੇ ਕੀਏ। ਸੁੱਖ ਲਈ ਬੜੇ ਯਤਨ ਕੀਤੇ। ਮਨੁੱਖ ਦੀ ਸੋਚ ਹੈ ਕਿ ਮੈਨੂੰ ਸੁੱਖ ਧਨ ਨਾਲ ਮਿਲੇਗਾ। ਫਿਰ ਜਦੋਂ ਧਨ ਇਕੱਠਾ ਕਰਨ 'ਤੇ ਲੱਗਦਾ, ਗਲਤ ਕੰਮ ਸ਼ੁਰੂ ਹੀ ਉਦੋਂ ਹੁੰਦੇ ਨੇ। ਵੀ ਜਿੰਨਾ ਮੇਰੇ ਕੋਲ ਜ਼ਿਆਦਾ ਧਨ ਹੋਏਗਾ ਮੈਂ ਓਨਾ ਸੁਖੀ ਹੋ ਜਾਵਾਂਗੇ। ਮਨੁੱਖ ਦੀ ਇਹ ਸੋਚ ਹੈ ਕਿ ਮੇਰੇ ਕੋਲ ਜਿੰਨਾ ਜ਼ਿਆਦਾ ਧਨ ਹੋਏਗਾ ਓਨਾ ਮੈਂ ਸੁਖੀ ਹੋ ਜਾਵਾਂਗਾ। ਇਸ ਲਈ ਚੋਰੀਆਂ ਕਰਦਾ, ਡਾਕੇ ਮਾਰਦਾ, ਠੱਗੀਆਂ ਕਰਦਾ, ਮਿਲਾਵਟਾਂ ਕਰਦਾ, ਧੋਖਾਧੜੀ ਕਰਦਾ, ਰਿਸ਼ਵਤਾਂ ਲੈਂਦਾ, ਪਲਾਟ ਦਬਦਾ, ਮਕਾਨ ਦਬਦਾ, ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਪੈਸੇ ਲੈ ਕੇ ਮੁੱਕਰ ਜਾਂਦਾ ਹੈ ਵੀ ਸ਼ਾਇਦ ਮੈਂ ਬਹੁਤੇ ਪੈਸੇ ਨਾਲ ਸੁਖੀ ਹੋ ਜਾਵਾਂਗਾ। ਭੁਲੇਖਾ ਹੈ, ਇਸ ਭੁਲੇਖੇ 'ਚ ਨਹੀਂ ਰਹਿਣਾ। ਸਾਡੀਆਂ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਬਸ। ਇੱਛਾਵਾਂ ਅੱਜ ਤੱਕ ਕਿਸੇ ਦੀਆਂ ਪੂਰੀਆਂ ਨਹੀਂ ਹੋਈਆਂ, ਜਦ ਤੁਹਾਡੇ ਕੋਲ ਅਰਬਾਂ ਰੁਪਈਏ ਨੇ। ਇਹ ਪੈਸਿਆਂ ਦੀ ਖਾਤਰ ਕਰੋੜਾਂ ਕਿਸਾਨ ਵੇਚ ਦਿੱਤੇ ਗਏ। ਪੈਸਿਆਂ ਦੀ ਖਾਤਰ ਸਰਕਾਰ ਨੇ ਕਰੋੜਾਂ ਕਿਸਾਨ ਹਿੰਦੁਸਤਾਨ ਦੇ ਵੇਚਤੇ। 4-5 ਬੰਦਿਆਂ ਨੂੰ ਲੋਕ ਖਰੀਦ ਲਓ ਇਹਨਾਂ ਨੂੰ। ਲਲਾ 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 ਹੋ ਗਏ ਸਾਰੇ ਦੇਸ਼ 'ਚ ਪੈਸਿਆਂ ਦੀ ਖਾਤਰ। ਹੋਰ ਤਾਂ ਕੋਈ ਮਤਲਬ ਨਹੀਂ। ਇਸ ਲਈ ਮਨੁੱਖ ਸੁੱਖ ਦੇ ਯਤਨ ਕਰਦਾ, ਦੁੱਖ ਕੋ ਕੀ ਨਾ ਕੋਈ। ਦੁੱਖ ਤੋਂ ਬਚਣ ਦਾ ਕੋਈ ਯਤਨ ਨਹੀਂ ਕਰਦਾ ਕਿ ਮੈਂ ਦੁੱਖ ਤੋਂ ਕਿਵੇਂ ਬਚ ਸਕਦਾ ਹਾਂ। ਗੁਰਬਾਣੀ 'ਚ ਉਹਦੇ 2 ਢੰਗ ਦੱਸੇ ਨੇ। ਕਹਿੰਦੇ ਇੱਕ ਤਾਂ ਸਹੀ ਕੰਮ ਕਰੋ, ਦੂਜਾ ਨਾਮ ਜਪੋ, ਤੁਸੀਂ ਦੁੱਖ ਤੋਂ ਬਚ ਜਾਓਗੇ। ਸਹੀ ਕੰਮ ਕਰੋ, ਨਾਮ ਜਪੋ, ਫਿਰ ਤੁਹਾਡਾ ਦੁੱਖ ਤੋਂ ਬਚਾਅ ਹੋ ਸਕਦਾ। ਨਹੀਂ ਤਾਂ ਦੁੱਖ ਆਉਣਗੇ ਹੀ ਆਉਣਗੇ। ਸੁੱਖ ਲਈ ਜਿੰਨੇ ਮਰਜ਼ੀ ਪਏ ਯਤਨ ਕਰੋ, ਦੁੱਖ ਆਉਣਾ ਹੀ ਆਉਣਾ। ਮਨੁੱਖ ਗਲਤ ਕੰਮ ਕਰਕੇ ਸੁਖੀ ਹੋਣਾ ਚਾਹੁੰਦਾ ਹੈ। ਸੋਚ ਹੀ ਗਲਤ ਹੈ। ਕਦੇ ਗਲਤ ਕੰਮ ਕਰਕੇ ਬੰਦਾ ਕਦੇ ਕੋਈ ਸੁਖੀ ਹੋ ਸਕਦਾ? ਥੋੜ੍ਹੇ ਜਿਹੇ ਸਮੇਂ ਲਈ ਹੋ ਜਾਏਗਾ, ਦੁੱਖ ਫਿਰ ਆ ਜਾਏਗਾ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। ਹੇ ਮਨਾ ਸੁਣ, ਹੋਣਾ ਤੇ ਉਹੀ ਜੋ ਪਰਮਾਤਮਾ ਨੂੰ ਚੰਗਾ ਲੱਗਦਾ। ਹਰ ਭਾਵੈ ਸੋ ਹੋਏ, ਜੋ ਪਰਮਾਤਮਾ ਨੂੰ ਪਾਉਂਦਾ ਉਹੀ ਹੋਣਾ। ਤੇਰੇ ਯਤਨ ਕੀਤੇ ਨਹੀਂ ਗੱਲ ਬਣਨੀ। ਇਸ ਲਈ ਤੂੰ ਨਾਮ ਜਪ ਲੈ। ਮੈਂ ਕਈ ਵਾਰੀ ਹੈਰਾਨ ਹੁੰਨਾ, ਜਦ ਤੁਸੀਂ ਬਾਣੀ ਪੜ੍ਹੋ ਤੁਹਾਨੂੰ ਗਿਆਨ ਹੋਏਗਾ। ਪਰਮਾਤਮਾ ਕਹਿੰਦਾ ਤੁਸੀਂ ਮੇਰਾ ਇੱਕ ਕੰਮ ਕਰੋ, ਮੈਂ ਤੁਹਾਡੇ ਸਾਰੇ ਕੰਮ ਕਰਾਂਗਾ। ਪਰਮਾਤਮਾ ਕਹਿੰਦਾ ਤੁਸੀਂ ਮੇਰਾ ਨਾਮ ਜਪੀ ਜਾਓ, ਮੈਂ ਸਾਰੇ ਤੁਹਾਡੇ ਕੰਮ ਕਰਾਂਗਾ। ਇਹ ਬੰਦੇ ਨੂੰ ਵਿਸ਼ਵਾਸ ਹੀ ਨਹੀਂ ਸੀ ਗੱਲ 'ਤੇ ਆ ਰਿਹਾ। ਇਹ ਕਹਿੰਦਾ ਐਂ ਕਿਵੇਂ ਹੋ ਸਕਦਾ ਜੀ? ਵਾਹਿਗੁਰੂ ਵਾਹਿਗੁਰੂ ਕਰੀ ਜੋ, ਕੀ ਰੋਟੀ ਉੱਡ ਕੇ ਮੂੰਹ 'ਚ ਪੈ ਜਾਏਗੀ? ਇਹਨਾਂ ਵਿਚਾਰਿਆਂ ਨੇ ਕਦੇ ਦੇਖੀ ਨਹੀਂ ਰੋਟੀ ਉੱਡ ਕੇ ਮੂੰਹ 'ਚ ਪੈਂਦੀ ਹੋਈ। ਮੈਂ ਦੇਖੀ ਹੈ, ਕਈ ਵਾਰ ਦੇਖੀ ਹੈ। ਸੰਤ ਸੁਖਦੇਵ ਸਿੰਘ ਜੀ ਦੀਵਾਨਾਂ 'ਚ ਕਈ ਵਾਰੀ ਆਇਆ ਕਰਦੇ ਸਨ, ਕਈ ਘਰਾਂ ਦੇ ਵਿੱਚ ਚਰਨ ਪਾਉਣ ਲਈ। ਇੱਕ ਘਰ 'ਚ ਗਏ, ਉਹਨਾਂ ਡਰਾਈ ਫਰੂਟ ਦੀ ਪਲੇਟ 'ਚ ਫੜੀ ਹੋਈ ਹੈ ਘਰ ਦੇ। ਉਹ ਮਹਾਂਪੁਰਖਾਂ ਨੂੰ ਕਹਿੰਦੇ ਜੀ ਕੁਛ ਛਕ ਲਓ। ਉਹ ਕਹਿੰਦੇ ਨਹੀਂ ਭਾਈ ਬਸ। ਉਹਨਾਂ ਹੱਥ ਰੱਖਤਾ ਉੱਤੇ ਫਰੂਟ 'ਤੇ, ਕਹਿੰਦੇ ਤੁਸੀਂ ਛਕ। ਨਹੀਂ ਜੀ ਇੱਕ ਅੱਧਾ ਤਾਂ ਖਾ ਲਓ ਜੀ। ਉਹਨਾਂ ਦੇ ਮੂੰਹ ਦੇ ਨੇੜੇ ਨੇੜੇ ਲਿਆਉਂਦੇ ਨੇ ਪਲੇਟ, ਵੀ ਇੱਕ ਅੱਧਾ ਤਾਂ ਲੈ ਲਓ ਜੀ, ਇੱਕ ਅੱਧਾ ਬਦਾਮ ਤਾਂ ਲੈ ਲਓ। ਮੈਂ ਹੈ ਨਾ, ਉੱਡ ਕੇ ਜਾ ਰਹੇ ਮੂੰਹ ਤੱਕ ਬਦਾਮ, ਅਗਲਾ ਨਹੀਂ ਖਾ ਰਿਹਾ, ਉਹ ਗੱਲ ਵੱਖਰੀ ਹੈ। ਉਹ ਕਹਿੰਦੇ ਨਾਮ ਜਪਣ ਨਾਲ ਰੋਟੀ ਉੱਡ ਕੇ ਮੂੰਹ 'ਚ ਪੈ ਜਾਏਗੀ। ਉਹ ਰੋਟੀਆਂ ਮੂੰਹ 'ਚ ਪਾਉਣ ਵਾਲੇ ਬੜੇ, ਤੁਸੀਂ ਨਾਮ ਜਪ ਕੇ ਤਾਂ ਦੇਖੋ। ਮਾਇਆ ਦੇ ਅੰਬਾਰ ਲੱਗ ਜਾਂਦੇ ਨਾਮ ਜਪਣ ਨਾਲ ਦੇ ਅੱਗੇ। ਮਾਇਆ ਮੰਗਦਾ ਨਹੀਂ, ਢੇਰ ਲਾਉਂਦੇ ਲੋਕ। ਜਿਹੜਾ ਕੋਈ 100 ਮੱਥਾ ਟੇਕਿਆ ਮਹਾਂਪੁਰਖਾਂ, ਕੋਈ 1000, ਕੋਈ 10,000, ਐਂ ਢੇਰ ਲਾਉਂਦੇ ਨੇ। ਉਹ ਕੋਈ ਮੰਗਦੇ ਨੇ ਕਿਸੇ ਤੋਂ? ਕੋਈ ਉਹਨਾਂ ਨਾਮ ਜਪਿਆ। ਜਿਹੜੇ ਲੋਕ ਨਾਮ ਜਪਦੇ ਨੇ
ਇਹ ਮਾਇਆ ਉਹਨਾਂ ਦੀ ਦਾਸੀ ਹੋ ਕੇ ਕੰਮ ਕਰਦੀ, ਨੌਕਰਾਣੀ ਬਣ ਜਾਂਦੀ ਮਾਇਆ। ਨਾਮ ਹੀ ਨਹੀਂ ਜਪਦੇ ਲੋਕ, ਧੱਕੇ ਧੋੜੇ ਜਿਹੇ ਖਾਈ ਜਾਂਦੇ ਨੇ। ਖਾਈ ਜਾਓ ਭਾਈ, ਹੁਣ ਗੁਰੂ ਮਹਾਰਾਜ ਕੀ ਕਰਨ? ਗੁਰੂ ਮਹਾਰਾਜ ਨੇ ਤਾਂ ਸਾਨੂੰ ਢੰਗ ਤਰੀਕਾ ਦੱਸਣਾ, ਅਪਣਾਉਣਾ ਤੇ ਅਸੀਂ ਹੈ ਨਾ। ਮੈਂ ਕਿਸੇ ਨੂੰ, ਕੋਈ ਮੇਰੇ ਕੋਲ ਆਉਂਦਾ, ਬਾਬਾ ਜੀ ਮੇਰੀ ਆਤਮਿਕ ਤਰੱਕੀ ਹੋਵੇ, ਮੈਂ ਉਹਨੂੰ ਕਹਿਣਾ ਤੂੰ ਆਹ ਪਾਠ ਕਰ, ਉਹ ਪਾਠ ਹੀ ਨਹੀਂ ਕਰਦਾ, ਫਿਰ ਐਂ ਕਿਵੇਂ ਹੋ ਜਾਏਗੀ ਆਤਮ ਤਰੱਕੀ ਬਈ? ਐਂ ਕਿਵੇਂ ਹੋ ਜਾਏਗੀ? ਕੁਛ ਕਰਾਂਗੇ ਤਾਂ ਹੀ ਹੋਏਗੀ ਨਾ। ਹਾਂ, ਉਹ ਪਾਠ ਕਰਦਾ 2-3 ਸਾਲ, ਆਤਮ ਤਰੱਕੀ ਨਾ ਹੁੰਦੀ, ਫਿਰ ਉਹ ਕਹਿੰਦੇ ਬਾਬਾ ਜੀ ਗੱਲ ਕੋਈ ਬਣੀ ਨਹੀਂ ਹੈਗੀ। ਇੱਕ ਬੀਬੀ ਆ ਗਈ ਜੀ, ਮੈਂ 40 ਦਿਨ ਪਾਠ ਕੀਤਾ, ਮੇਰਾ ਕੰਮ ਨਹੀਂ ਹੋਇਆ। ਮੈਂ ਕਿਹੜਾ ਪਾਠ ਦੇ? ਕਹਿੰਦੇ ਫਲਾਣਾ। ਮੈਂ ਕਿੰਨੇ ਸਮੇਂ ਲਈ ਦਿੱਤਾ? ਕਹਿੰਦੇ ਰੋਜ਼ 1 ਘੰਟਾ। ਮੈਂ ਤੁਸੀਂ ਕਿੰਨਾ ਕਰਦੇ? ਕਹਿੰਦੇ ਮੈਂ 10-15 ਮਿੰਟ ਕਰਦੀ ਸੀ। ਮੈਂ ਫਿਰ ਕਸੂਰ ਪਾਠ ਦਾ ਤਾਂ ਨਹੀਂ, ਕਸੂਰ ਤਾਂ ਤੇਰਾ। ਤੈਨੂੰ 1 ਘੰਟੇ ਦਾ ਪਾਠ ਦਿੱਤਾ, ਤੂੰ 10-15 ਮਿੰਟ ਕਰਦੀ। ਦਿਨਾਂ ਨੂੰ ਮੈਂ ਕੀ ਕਰਾਂ? ਦਿਨਾਂ ਦੀ ਗਿਣਤੀ ਨੂੰ ਮੈਂ ਕੀ ਕਰਾਂ? ਫਿਰ ਮੈਂ ਉਹਨਾਂ ਨੂੰ ਇੱਕ ਉਦਾਹਰਨ ਦਿੰਦਾ। ਕਈ ਵਾਰੀ ਮੈਂ ਇੱਕ ਪਰਿਵਾਰ ਨੂੰ ਕਿਹਾ, ਉਹ ਆਏ ਜੀ, ਸਾਡਾ ਕੰਮ ਹੋ ਜਾਏ। ਮੈਂ ਜੀ ਰੋਜ਼ 1 ਘੰਟਾ ਦੂਖ ਨਿਵਾਰਨ ਸਾਹਿਬ ਜਾ ਕੇ ਸੇਵਾ ਕਰਿਆ ਕਰੋ, ਬਰਤਨ ਮਾਂਜਣ ਦੇ 7 ਵਜੇ। ਉਹਨਾਂ ਦੇ ਪਤਾ ਨਹੀਂ ਮਨ 'ਚ ਕੀ ਆਇਆ ਵੀ ਮੀਆਂ ਬੀਬੀ ਦੇ, ਵੀ ਰੋਜ਼ 1 ਘੰਟਾ 40 ਦਿਨਾਂ 'ਚ 40 ਘੰਟੇ ਹੋਏ। 40 ਘੰਟੇ ਹੋਏ ਨੇ। ਉਹਨਾਂ ਦੋਨਾਂ ਨੇ ਜਾਣਾ 4-4 ਘੰਟੇ ਰੋਜ਼ ਸੇਵਾ ਕਰਨੀ। 8 ਦਿਨ ਹੋ ਗਏ, 8 ਘੰਟੇ ਰੋਜ਼ ਹੋ ਗਏ। 6ਵੇਂ ਦਿਨ ਮੇਰੇ ਕੋਲ ਆ ਕੇ ਕਹਿੰਦੇ ਬਾਬਾ ਜੀ ਤੁਹਾਡਾ ਬੜਾ ਧੰਨਵਾਦ, ਸਾਡਾ ਕੰਮ ਹੋ ਗਿਆ। ਮੈਂ ਐਡੀ ਛੇਤੀ? ਕਹਿੰਦੇ ਜੀ ਅਸੀਂ ਐਂ ਕੀਤਾ। ਅਸੀਂ ਕਿਹਾ ਵੀ 40 ਘੰਟੇ ਟੋਟਲ ਹੋਇਆ, ਆਪਾਂ 40 ਘੰਟੇ 5-6 ਦਿਨਾਂ 'ਚ ਨਿਬੇੜ ਦਿਓ, ਤੇ ਵਾਲੇ ਦਾ ਕੰਮ ਹੋ ਗਿਆ। ਉਹਨਾਂ 5 ਦਿਨਾਂ 40 ਘੰਟੇ ਕਰਤਾ, ਉਹ 40 ਦਿਨਾਂ 'ਚ 40 ਘੰਟੇ ਨਹੀਂ ਕਰ ਸਕੇ। ਤੇ ਫਿਰ ਕਹਿੰਦੇ ਸਾਡਾ ਕੰਮ ਹੋ ਜਾਏ ਜੀ। ਸਿਆਣੇ ਕਹਿੰਦੇ ਜਿੰਨਾ ਗੁੜ ਪਾਈਏ ਨਾ ਉਨਾ ਹੀ ਮਿੱਠਾ ਹੁੰਦਾ। ਸੇਵਾ ਥੋੜ੍ਹੀ ਮੰਗਣ ਬਹੁਤਾ, ਬਾਣੀ 'ਚ ਇਸ ਲਈ ਲਿਖਿਆ ਹੋਇਆ। ਭਜਨ ਬੰਦਗੀ ਥੋੜ੍ਹੀ, ਕਹਿੰਦੇ ਮੰਗਣਾ ਉਹਦੇ ਬਦਲੇ 15-15 ਚੀਜ਼ਾਂ ਇਕੱਠੀਆਂ। ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ 15 ਚੀਜ਼ਾਂ ਦੀ ਲਿਸਟ ਰੱਖਣੀ। ਪਰ ਗੁਰੂ ਮਹਾਰਾਜ ਆਹ ਕਰ ਦਿਓ, ਆਹ ਵੀ ਕਰ ਦਿਓ, ਆਹ ਵੀ ਕਰ ਦਿਓ, ਆਹ ਵੀ ਕਰ ਦਿਓ। ਇੱਕ ਨੂੰ ਮੈਂ ਕਿਹਾ ਅਖੰਡ ਪਾਠ ਕਰਾਓ ਜੀ ਇਸ ਕੰਮ ਲਈ। ਜਦੋਂ ਅਰਦਾਸ ਮੈਨੂੰ 5 ਗੱਲਾਂ ਲਿਖ ਕੇ ਦਿੱਤੀਆਂ। ਫਿਰ ਸੁਣੋ ਮੇਰੀ ਗੱਲ, ਇੱਕ ਲਈ ਅਰਦਾਸ ਹੋਈ ਹੈ, ਮੈਂ ਇੱਕੋ ਹੀ ਮੰਗਣੀ। ਹੁਣ ਤੁਸੀਂ ਕਹਿੰਦੇ ਇੱਕ ਅਖੰਡ 'ਚ ਅਸੀਂ 5 ਕੰਮ ਕਰਾ ਲਈਏ। ਮੈਂ ਤੁਸੀਂ ਇੱਕ ਕੰਮ ਲਈ ਮੇਰੇ ਕੋਲ ਆਇਆ ਸੀ, ਮੈਂ ਕਿਹਾ ਸੀ ਇਹ ਕੰਮ ਤੁਹਾਡਾ ਤਾਂ ਹੋਊਗਾ ਜੇ ਤੁਸੀਂ ਅਖੰਡ ਪਾਠ ਕਰਾਓਗੇ। ਇਸ ਲਈ ਇੱਕੋ ਕੰਮ ਦੀ ਅਰਦਾਸ ਹੋਏਗੀ। ਜੇ 5 ਕਰਾਓਗੇ ਤੁਹਾਡਾ ਕੰਮ ਹੋਵੇ ਨਾ ਹੋਵੇ, ਮੈਂ ਕੋਈ ਜ਼ਿੰਮੇਵਾਰ ਨਹੀਂ ਹੈਗਾ। ਫਿਰ ਅਸੀਂ ਲਾਲਚ ਲੱਗ ਜਾਣਾ ਕਰਨ ਵੀ ਇੱਕ ਅਖੰਡ ਪਾਠ 'ਚ ਕਿੰਨਾ ਕੁਛ ਹੀ ਮੰਗ ਲਓ, ਕਿੰਨਾ ਕੁਛ ਮੰਗ ਲਓ। ਗੁੜ ਥੋੜ੍ਹਾ, ਮਿੱਠਾ ਬਹੁਤਾ ਭਾਲਦੇ ਨੇ। ਸੇਵਾ ਥੋੜ੍ਹੀ, ਮੰਗਦੇ ਬਹੁਤਾ ਨੇ। ਜਿੰਨਾ ਗੁੜ ਪਾਈਏ ਉਨਾ ਹੀ ਮਿੱਠਾ ਹੁੰਦਾ, ਯਾਦ ਰੱਖਣਾ। ਇਸ ਲਈ ਜ਼ਿਆਦਾ ਚਾਹੀਦਾ ਦੱਬ ਕੇ ਭਜਨ ਬੰਦਗੀ ਕਰੋ। ਬੜਾ ਟਾਈਮ ਹੈ। ਹਿੰਦੁਸਤਾਨ ਨੂੰ ਤਾਂ ਵਿਹਲੜਾਂ ਦਾ ਦੇਸ਼ ਕਹਿੰਦੇ ਨੇ। ਇਹਨੂੰ ਨਾ ਸੰਸਾਰ ਦੇ 'ਚ ਵਿਹਲੜਾਂ ਦਾ ਦੇਸ਼ ਕਹਿੰਦੇ ਨੇ। ਚੀਨ ਵਾਲੇ ਵੀ ਮੰਨ ਗਏ। ਉਹਨਾਂ ਦਾ ਪਤਾ ਨਹੀਂ ਕੀ ਬੜਾ ਇੱਥੇ ਬੜਾ ਵਿਕਿਆ, ਕਰੋੜਾਂ ਰੁਪਏ, ਅਰਬਾਂ ਰੁਪਏ ਆਮਦਨ ਹੋ ਗਈ। ਹੁਣ ਤਾਂ ਸੋਚਿਆ ਸੀ ਚਲੋ ਬੁੱਢਿਆਂ ਦਾ ਜੀਅ ਲੱਗਾ ਰਹੇਗਾ, ਵੇਖ ਲੈਣਗੇ। ਇੱਥੇ ਤਾਂ ਸਾਰੇ ਲੱਗ ਗਏ, ਉਹਨਾਂ ਦੇ ਕਰੋੜਾਂ ਰੁਪਈਏ ਕਮਾ ਲਏ। ਕਹਿੰਦੇ ਸਾਨੂੰ ਤਾਂ ਅੱਜ ਪਤਾ ਲੱਗਾ ਹਿੰਦੁਸਤਾਨ ਵਿਹਲਿਆਂ ਦਾ ਦੇਸ਼ ਹੈ। ਇਹ ਤਾਂ ਵਿਹਲੜਾਂ ਦਾ ਦੇਸ਼ ਹੈ। ਇਹ ਤਾਂ ਸ਼ਾਹੀ ਮੈਨੂੰ ਸ਼ਾਹੀ ਦੇਸ਼ ਕਹਿਣਾ ਹੁੰਦਾ। ਇੱਥੇ ਇੱਕ ਕਮਾਉਂਦਾ 4 ਖਾਂਦੇ ਨੇ। ਅਮਰੀਕਾ, ਕੈਨੇਡਾ, ਆਸਟ੍ਰੇਲੀਆ ਚਲੇ, ਇੱਕ ਕਮਾਉਂਦਾ ਇੱਕੋ ਹੀ ਖਾਂਦਾ। ਰੋਂਦੇ ਦੇਸ਼ਾਂ ਨੂੰ ਭੱਜੇ ਜਾਂਦੇ ਬੂਥਾ ਜਿਹਾ ਚੱਕ ਕੇ। ਨਾਲੇ ਇਸ ਗੱਲ ਨੂੰ ਮੰਨਦੇ ਨੇ, ਹਾਂਜੀ ਉੱਥੇ ਇੱਕ ਕਮਾਉਂਦਾ ਇੱਕੋ ਹੀ ਖਾਂਦਾ। ਮੈਂ ਫਿਰ ਕਿਉਂ ਜਾ ਰਿਹਾ ਬਾਹਰ? ਫਿਰ ਸਾਡੇ ਦੇਸ਼ 'ਚ ਇੱਕ ਕਮਾਉਂਦਾ 4 ਖਾਂਦੇ ਨੇ। ਮੈਂ ਖਾਂਦੇ ਹੋ ਨਾ, ਇਕੱਲਾ ਬਾਪੂ ਕਮਾ ਰਿਹਾ, ਉਹਦੀ ਘਰ ਵਾਲੇ ਵੀ ਖਾ ਰਹੀ, 2 ਬੱਚੇ ਵੀ ਖਾ ਰਹੇ ਨੇ, 4 ਖਾ ਰਹੇ ਹੋ ਨਾ, ਇੱਕ ਕਮਾ ਰਿਹਾ ਹੈ। ਤੁਸੀਂ ਇਸ ਨੂੰ ਛੱਡ ਕੇ ਜਿੱਥੇ ਇੱਕ ਕਮਾਉਂਦਾ ਇੱਕੋ ਹੀ ਖਾਂਦਾ, ਤੁਸੀਂ ਉੱਥੇ ਜਾ ਰਹੇ ਹੋ ਔਰ ਬੜੀ ਖੁਸ਼ੀ ਨਾਲ ਜਾ ਰਹੇ ਹੋ, ਅਰਦਾਸਾਂ ਕਰਾ ਕੇ ਜਾ ਰਹੇ ਹੋ, ਮੇਰਾ ਵੀਜ਼ਾ ਲੱਗ ਜਾਏ ਜੀ। ਮੈਂ ਨਹੀਂ ਕਹਿੰਦਾ ਨਾ ਜਾਓ,
ਮੈਂ ਤਾਂ ਕਈ ਵਾਰੀ ਸੋਚਦਾ ਮਨੁੱਖ ਕਿਤਨਾ ਮੂਰਖ ਹੈ, ਕਿਤਨਾ ਮੂਰਖ ਹੈ। ਇੱਥੇ ਜ਼ਮੀਨਾਂ ਨੇ, ਜਾਇਦਾਦਾਂ ਨੇ, ਬਹੁਤ ਆਮਦਨ ਹੈ, ਕਾਰਾਂ ਕੋਲ ਨੇ, ਕੋਠੀਆਂ ਕੋਲ ਨੇ, ਫਿਰ ਵੀ ਛੱਡ ਕੇ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਨੇ। ਇਹਨਾਂ ਨੂੰ ਮੂਰਖ ਨਹੀਂ ਕਹਾਂਗੇ ਤਾਂ ਹੋਰ ਦੱਸੋ ਕੀ ਕਹਾਂਗੇ? ਜੇ ਮੈਨੂੰ ਘਰ ਹੀ ਰੱਜ ਕੇ ਖਾਣ ਨੂੰ ਰੋਟੀ ਮਿਲਦੀ, ਮੈਨੂੰ ਕੀ ਲੋੜ ਹੈ ਬਿਹਾਰ ਜਾਣ ਦੀ? ਮੈਨੂੰ ਕੀ ਲੋੜ ਹੈ ਬਿਹਾਰ ਜਾਣ ਦੀ, ਜਦੋਂ ਮੈਨੂੰ ਇੱਥੇ ਹੀ ਹੈ? ਮੰਨ ਲਓ ਕਿਸੇ ਨੂੰ ਬਿਹਾਰ 'ਚ ਹੀ ਸਰਕਾਰੀ ਨੌਕਰੀ ਮਿਲੀ, ਉਹਨੂੰ ਕੀ ਲੋੜ ਹੈ ਉੱਥੋਂ ਪੰਜਾਬ 'ਚ ਆਉਣ ਦੀ? ਅਤੇ ਜੋ ਫਿਰ ਵੀ ਪੰਜਾਬ ਆਉਂਦਾ ਫਿਰ ਉਹ ਮੂਰਖ ਹੈ, ਮੂਰਖ ਹੈ। ਆਪਣਾ ਦੇਸ਼ ਛੱਡ ਕੇ ਬੇਗਾਨੀ ਥਾਂ 'ਤੇ ਜਾ ਰਹੇ। ਬੇਗਾਨੇ ਹੀ ਹੁੰਦੇ ਨੇ, ਬੇਗਾਨੇ ਹੀ ਹੁੰਦੇ ਨੇ, ਯਾਦ ਰੱਖਣਾ ਹਮੇਸ਼ਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰ ਤਿਹ, ਪੂਰਨ ਹੋਵੇਂ ਕਾਮ। ਜਗਤ ਭਿਖਾਰੀ ਫਿਰਤ, ਇਹ ਸਾਰਾ ਸੰਸਾਰ ਭਿਖਾਰੀ ਹੈ, ਵਾਕਈ ਮੰਗਤਾ ਹੈ। ਸਭ ਕੋ ਦਾਤਾ ਰਾਮ, ਸਭ ਦਾ ਦਾਤਾ ਤੇ ਇੱਕ ਪਰਮਾਤਮਾ, ਬਾਕੀ ਤਾਂ ਸਾਰੇ ਮੰਗਤੇ ਨੇ, ਮੰਗਤੇ ਨੇ। ਰਾਜੇ ਵੀ ਮੰਗਤੇ ਨੇ, ਮੰਗਤਾ ਤੇ ਮੰਗਤਾ ਹੈ ਹੀ ਹੈ। ਰਾਜੇ ਮਹਾਰਾਜੇ ਵੀ ਮੰਗਤੇ ਨੇ। ਉਦਾਹਰਨ ਦਿਨਾਂ ਤਾਂ ਅਕਬਰ ਦੀ ਗ੍ਰੇਟ ਜਿਹਨੂੰ ਕਹਿੰਦੇ, ਉਹਦੇ ਨਾਲ ਲਿਖਿਆ ਅਕਬਰ ਦੀ ਗ੍ਰੇਟ, ਮਹਾਨ ਅਕਬਰ। ਇੱਕ ਮੁਸਲਮਾਨਾਂ ਦਾ ਪਿੰਡ ਸੀ, ਗਰੀਬ ਸਨ ਵਿਚਾਰੇ। ਜਿਹੜਾ ਮੁੱਲਾ ਸੀ ਪਿੰਡ ਦਾ, ਮਸੀਤ ਦਾ, ਉਹਨੂੰ ਭੇਜਿਆ ਵੀ ਤੂੰ ਅਕਬਰ ਨੂੰ ਜਾ ਕੇ ਮਿਲ, ਵੀ ਅਸੀਂ ਜੀ ਸਾਡੀ ਛੋਟੀ ਜਿਹੀ ਮਸੀਤ, ਅਸੀਂ ਥੋੜ੍ਹੀ ਜਿਹੀ ਵੱਡੀ ਬਣਾਉਣੀ ਹੈ, ਸਾਨੂੰ ਕੋਈ ਸਹਾਇਤਾ ਕਰੋ ਸਾਡੀ। ਹਮੇਸ਼ਾ ਯਾਦ ਰੱਖਣਾ, ਮੰਗਤਾ ਹਮੇਸ਼ਾ ਸਵੇਰੇ ਸਵੇਰੇ ਮੰਗਣ ਜਾਂਦਾ। ਮੰਗਣ ਜਾਣਾ, ਜਿਸ ਤੋਂ ਵੀ ਮੰਗਣ ਜਾਣਾ ਸਵੇਰੇ ਸਵੇਰੇ ਮੰਗਣ ਜਾਣਾ। ਬੁੱਧ ਧਰਮ ਵਾਲੇ ਕੀ ਕਰਦੇ ਨੇ? ਸੂਰਜ ਨਿਕਲਣ ਤੋਂ ਪਹਿਲਾਂ ਮੰਗ ਕੇ ਵਾਪਸ ਆ ਜਾਂਦੇ ਨੇ। ਸਵੇਰੇ ਸਵੇਰੇ ਮੰਗਣ ਜਾਂਦੇ ਨੇ। ਪੋਲੀਟੀਕਲ ਬੰਦੇ ਤਾਂ ਮੰਗਣ ਜਾਣਾ ਸਵੇਰੇ ਸਵੇਰੇ ਦੇ ਘਰ ਜਾਣਾ ਪੈਂਦਾ। ਮੰਗਤਾ ਵੀ ਸਵੇਰੇ ਸਵੇਰੇ 10 ਵਜੇ ਤੱਕ ਮੰਗਦਾ। ਫਿਰ ਗਰਮੀ ਉਹਦੇ ਕਾਲ ਕਹਿੰਦਾ ਆਪਣੇ ਦਾਣੇ ਲੈਣੇ, ਠੰਡੇ ਠੰਡੇ ਨਾਲੇ ਸੈਰ ਹੋ ਗਈ, ਨਾਲੇ ਆਪਣਾ ਜਿੰਨੇ ਆਪਣੀ ਥੈਲਾ ਭਰਿਆ, ਆਪਣੀ ਮੌਜ ਹੋ ਗਈ। ਰਾਤ ਨੂੰ ਪੀ ਪੂ ਲਈ, ਸਵੇਰੇ ਫਿਰ ਥੈਲੇ ਚੁੱਕ ਕੇ ਤੁਰ ਪਏ। ਉਹ ਨਾ ਵਿਚਾਰਾ ਮੁੱਲਾ ਸਵੇਰੇ ਸਵੇਰੇ ਚਲਿਆ ਗਿਆ। ਅਕਬਰ ਨਮਾਜ਼ ਪੜ੍ਹ ਰਿਹਾ ਬਾਗ 'ਚ। ਮੁੱਲਾ ਚੁੱਪ ਕਰਕੇ ਖੜਕਾ ਨਹੀਂ ਕੀਤਾ ਵੀ ਡਿਸਟਰਬ ਨਾ ਹੋਵੇ ਰਾਜਾ। ਪੋਲੇ ਪੈਰੀਂ ਪਿੱਛੇ ਜਾ ਖਲੋਤਾ। ਨਮਾਜ਼ ਪੜ੍ਹਨ ਤੋਂ ਫਿਰ ਬਾਅਦ ਦੁਆ ਹੁੰਦੀ, ਜਿਹਨੂੰ ਅਰਦਾਸ ਆਪਾਂ ਕਹਿੰਦੇ। ਪਾਠ ਤੋਂ ਬਾਅਦ ਆਪਾਂ ਅਰਦਾਸ ਕਰਦੇ। ਅਕਬਰ ਖਲੋ ਕੇ ਹੁਣ ਨਾ ਦੁਆ ਕਰ ਰਿਹਾ ਪਰਮਾਤਮਾ ਦੀ ਅਰਦਾਸ। ਹੇ ਅੱਲਾਹ ਤਾਲਾ, ਮੇਰਾ ਰਾਜ ਹੋਰ ਵੱਡਾ ਹੋਵੇ, ਮੇਰਾ ਧਨ ਹੋਰ ਜ਼ਿਆਦਾ ਹੋਵੇ, ਮੇਰੀ ਫੌਜ ਹੋਰ ਜ਼ਿਆਦਾ ਹੋਵੇ, ਮੇਰੇ ਕੋਲ ਸੋਨਾ ਚਾਂਦੀ ਹੋਰ ਜ਼ਿਆਦਾ ਹੋਵੇ। ਐਂ ਕਹਿ ਰਿਹਾ। ਮੁੱਲਾ ਨੂੰ ਗੁੱਸਾ ਚੜਿਆ। ਉਹਨੇ ਧਰਤੀ 'ਤੇ ਪੈਰ ਮਾਰਿਆ ਅਤੇ ਕਹਿ ਕੇ ਤੁਰ ਪਿਆ। ਇੰਨੇ ਚਿਰ ਨੂੰ ਅਰਦਾਸ ਖਤਮ ਹੋ ਗਈ। ਅਕਬਰ ਨੇ ਮੁੜ ਕੇ ਵੇਖਿਆ ਕਿ ਮੁੱਲਾ ਜਾ ਰਿਹਾ। ਕਹਿੰਦੇ ਮੁੱਲਾ ਜੀ ਠਹਿਰੋ, ਕਿਵੇਂ ਆਏ ਸੀ? ਕਹਿੰਦੇ ਮੈਂ ਤਾਂ ਆਇਆ ਸੀ ਵੀ ਤੁਸੀਂ ਦਾਤੇ ਰਾਜੇ ਹੋ, ਦਾਤੇ ਹੋਵੋਗੇ। ਮੈਨੂੰ ਤਾਂ ਅੱਜ ਪਤਾ ਲੱਗਾ ਤੁਸੀਂ ਹਿੰਦੁਸਤਾਨ ਦੇ ਸਭ ਤੋਂ ਵੱਡੇ ਮੰਗਤੇ ਹੋ। ਮੈਂ ਮੰਗਣ ਆਇਆ ਸੀ ਤੁਹਾਨੂੰ ਦਾਤਾ ਸਮਝ ਕੇ, ਪਰ ਮੈਨੂੰ ਪਤਾ ਲੱਗਾ ਤੁਸੀਂ ਮੰਗਤੇ ਹੋ, ਅਤੇ ਮੰਗਤੇ ਤੋਂ ਮੰਗਦਿਆਂ ਮੈਨੂੰ ਸ਼ਰਮ ਆਉਂਦੀ, ਇਸ ਲਈ ਮੈਂ ਨਹੀਂ ਤੇਰੇ ਤੋਂ ਮੰਗਦਾ। ਮੁੱਲਾ ਵਾਪਸ ਚਲੇ ਗਏ। ਮੰਗਤੇ ਤੋਂ ਕੀ ਮੰਗਣਾ? ਜਗਤ ਭਿਖਾਰੀ ਫਿਰਤ, ਲੋਕਾਂ ਤੋਂ ਕੀ ਮੰਗਣਾ? ਇਹ ਤਾਂ ਆਪ ਮੰਗਤੇ ਨੇ, ਲੋਕਾਂ ਤੋਂ ਕੀ ਮੰਗਣਾ? ਗੁਰਬਾਣੀ ਜਗਤ ਭਿਖਾਰੀ ਫਿਰਤ। ਅਕਬਰ ਵਰਗੇ ਮੰਗਤੇ ਨੇ, ਉਹ ਤੁਹਾਨੂੰ ਕੀ ਦੇਣਗੇ? ਮੰਗਤੇ ਤੋਂ ਕਦੇ ਤੁਸੀਂ 5 ਪੈਸੇ ਵੀ ਮੰਗੋ ਵੀ ਮੈਨੂੰ ਕਦੇ ਨਹੀਂ ਦੇਗਾ। ਯਾਦ ਰੱਖਿਓ, ਮੰਗਤੇ ਤੋਂ ਮੰਗ ਕੇ, ਮੰਗਤੇ ਕੋਲ 500 ਰੁਪਏ ਵੀ ਇਕੱਠਾ ਹੋ ਜਾਏ, ਉਹ ਤੋਂ ਕਦੇ ਤੁਸੀਂ 5 ਪੈਸੇ ਮੰਗ ਕੇ ਵੇਖਿਓ, ਉਹ ਤੁਹਾਨੂੰ 5 ਪੈਸੇ ਵੀ ਨਹੀਂ ਦੇਵੇਗਾ। ਇਹ ਰਾਜੇ ਮਹਾਰਾਜ ਤੁਹਾਨੂੰ ਦਵਾਨੀ ਨਹੀਂ ਕਦੇ ਦੇਣਗੇ, ਆਪ ਹੀ ਮੰਗਤੇ ਨੇ। ਆ ਲੋਕਡਾਊਨ ਦੇ ਵਿੱਚ ਆਮ ਲੋਕਾਂ ਨੇ ਲੰਗਰ ਲਾਏ, ਕਿਸੇ ਰਾਜੇ ਮਹਾਰਾਜੇ ਨੇ ਲਾਇਆ?
ਤੁਸੀਂ ਸੁਣਿਆ ਕਦੇ ਵੀ ਫਲਾਣੇ MLA ਨੇ ਜਾਂ ਫਲਾਣੇ ਮਿਨਿਸਟਰ ਨੇ ਲੰਗਰ ਲਾਇਆ? ਮੰਗਤੇ ਨਹੀਂ ਲੰਗਰ ਲਾਇਆ ਕਰਦੇ। ਤੇ ਮੰਗਤਿਆਂ ਤੋਂ ਕੀ ਮੰਗਣਾ ਹੁੰਦਾ? ਉਹ ਮੁੱਲਾ ਕਹਿੰਦਾ ਮੈਂ ਤਾਂ ਸਮਝਿਆ ਸੀ ਤੂੰ ਦਾਤਾ ਹੈ, ਮੈਨੂੰ ਪਤਾ ਲੱਗਿਆ ਤੂੰ ਹਿੰਦੁਸਤਾਨ ਦਾ ਸਭ ਤੋਂ ਵੱਡਾ ਮੰਗਤਾ ਹੈ, ਅਤੇ ਮੰਗਤੇ ਤੋਂ ਮੰਗਦਿਆਂ ਮੈਨੂੰ ਸ਼ਰਮ ਆਉਂਦੀ ਹੈ। ਉਹ ਮੁੜ ਗਿਆ, ਨਹੀਂ ਲਾਏਗਾ। ਇਸ ਲਈ ਗੁਰੂ ਮਹਾਰਾਜ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਸਾਰਾ ਸੰਸਾਰ ਭਿਖਾਰੀ ਹੈ। ਇਹਨਾਂ ਤੇ ਕੀ ਮੰਗਣਾ? ਸਭ ਦਾ ਦਾਤਾ ਰਾਮ ਪਰਮਾਤਮਾ ਹੈ, ਪਰਮਾਤਮਾ ਅਸਲ 'ਚ ਦਾਤਾ। ਤਾਂ ਹੀ ਗੁਰੂ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵੀ, ਅਗੰਤ ਭਰੇ ਭੰਡਾਰ। ਦਾਤਾ ਇੱਕੋ ਹੀ ਹੈ ਬਸ, ਬਾਕੀ ਸਾਰੀ ਦੁਨੀਆ ਮੰਗਤੇ ਹੈ। ਮੰਗਣਾ ਤੇ ਰੱਬ ਤੋਂ ਮੰਗੋ। ਅਤੇ ਜੇ ਤੁਸੀਂ ਨਾਮ ਜਪਦੇ ਰਹੋ ਤੁਹਾਨੂੰ ਮੰਗਣ ਦੀ ਲੋੜ ਹੀ ਨਹੀਂ ਪੈਣੀ। ਉਹਨੇ ਹਰ ਇੱਕ ਚੀਜ਼ ਤੁਹਾਡੇ ਕੋਲ ਵਾਧੂ ਕਰ ਦੇਣੀ ਹੈ, ਕਿਉਂ ਤੁਸੀਂ ਉਹਦੇ ਆਗਿਆਕਾਰ ਪੁੱਤਰ ਹੋ। ਪਰਮਾਤਮਾ ਕਹਿੰਦਾ ਮੇਰਾ ਇੱਕੋ ਹੀ ਕੰਮ ਕਰਨਾ ਹੈ ਪੁੱਤਰ, ਮੈਂ ਤੇਰੇ ਸਾਰੇ ਕੰਮ ਕਰਾਂਗਾ। ਅਤੇ ਜਿਹੜਾ ਪੁੱਤਰ ਦਿਨ ਰਾਤ ਉਹਦਾ ਨਾਮ ਜਪਦਾ ਰਹਿੰਦਾ, ਪਰਮਾਤਮਾ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦਾ। ਆ ਮਹਾਂਪੁਰਖਾਂ ਕੋਲ 2-2 ਕਰੋੜ ਦੀ ਕਾਰ ਹੈ, ਕਿਸੇ ਮਿਨਿਸਟਰ ਕੋਲ 2 ਕਰੋੜ ਦੀ ਕਾਰ ਨਹੀਂ ਹੋਣੀ। ਕਿੰਨੇ ਮਹਾਂਪੁਰਖ ਨੇ ਹਿੰਦੂ ਜਿਹਨਾਂ ਕੋਲ 2-2 ਕਰੋੜ ਦੀ ਕਾਰ ਹੈ। ਮੈਂ ਅੱਗੇ ਪਿੱਛੇ ਫਿਰਦੀ ਹੈ। ਕਿਉਂ? ਉਹ ਪਰਮਾਤਮਾ ਦੇ ਆਗਿਆਕਾਰ ਪੁੱਤਰ ਨੇ, ਅਤੇ ਆਗਿਆਕਾਰ ਪੁੱਤਰ ਨੂੰ ਹੀ ਸਭ ਕੁਛ ਮਿਲਿਆ ਕਰਦਾ ਹੈ। ਅੱਜ ਇੱਕ ਕਹਿੰਦਾ ਜੀ ਮੇਰਾ ਬਾਪ ਮੇਰਾ ਹਿੱਸਾ ਨਹੀਂ ਦੇ ਰਿਹਾ, ਮੇਰੇ ਛੋਟੇ ਭਰਾ ਨੂੰ ਬਹੁਤ ਦੇ ਰਿਹਾ ਹੈ। ਮੈਂ ਤੂੰ ਨਲਾਇਕ ਹੋਏਗਾ ਤਾਂ ਹੀ ਹੈ। ਤੂੰ ਨਲਾਇਕ ਹੋਏਗਾ, ਬਾਪ ਦੇ ਆਖੇ ਨਹੀਂ ਲੱਗਦਾ ਹੋਏਗਾ, ਅੱਗੇ ਬੋਲਦਾ ਹੋਏਗਾ, ਤੈਨੂੰ ਨਹੀਂ ਦਿੰਦਾ। ਛੋਟਾ ਆਗਿਆਕਾਰ ਹੋਣਾ, ਉਹਨੂੰ ਦਿੰਦਾ ਉਹ। ਆਗਿਆਕਾਰ ਹੋਵੋ। ਪਰਮਾਤਮਾ ਬਾਣੀ ਰਾਹੀਂ ਕਹਿੰਦਾ ਤੂੰ ਮੇਰਾ ਇੱਕੋ ਹੀ ਕੰਮ ਕਰਨਾ। ਧੰਨਾ ਭਗਤ ਨੇ ਇੱਕੋ ਹੀ ਕੰਮ ਕੀਤਾ, ਦਿਨ ਰਾਤ ਉਹਦਾ ਨਾਮ ਜਪਿਆ, ਅਤੇ ਪਰਮਾਤਮਾ ਫਿਰ ਉਹਦਾ ਹਾਲ ਵੀ ਵਾਹ ਰਿਹਾ, ਅਤੇ ਉਹਦਾ ਪਾਣੀ ਵੀ ਲਾ ਰਿਹਾ, ਅਤੇ ਖੇਤੀਬਾੜੀ ਵੀ ਕਰ ਰਿਹਾ, ਅਤੇ ਧੰਨਾ ਭਗਤ ਜੀ ਰਾਮ ਰਾਮ ਕਰ ਰਹੇ, ਰਾਮ ਰਾਮ ਕਰ ਰਹੇ। ਆਪੇ ਹੀ ਸਭ ਕੁਛ ਹੋਣ ਲੱਗ ਜਾਂਦਾ ਹੈ। ਨਾਮ ਜਪਣਾ ਸ਼ੁਰੂ ਕਰੋ, ਵੱਧ ਤੋਂ ਵੱਧ ਨਾਮ ਜਪੋ। ਦਾਤਾ ਸਾਰੇ ਜੋ ਦਾਤਾ ਠੀਕ ਸਮਝੇਗਾ ਨਾ ਕਿ ਇਸ ਬੰਦੇ ਨੂੰ ਆਹ ਚੀਜ਼ ਚਾਹੀਦੀ ਹੈ, ਉਹੀ ਦੇਵੇਗਾ। ਜਿਸ ਚੀਜ਼ ਤੋਂ ਤੁਹਾਨੂੰ ਨੁਕਸਾਨ ਹੋ ਸਕਦਾ ਉਹ ਤੁਹਾਡੀ ਮੰਗ ਪੂਰੀ ਨਹੀਂ ਕਰੇਗਾ। ਕਈ ਵਾਰੀ ਨਾਮ ਜਪਣ ਵਾਲਿਆਂ ਦੀ ਵੀ ਕੋਈ ਮੰਗ ਪਰਮਾਤਮਾ ਪੂਰੀ ਨਹੀਂ ਕਰਦਾ, ਕਿਉਂ? ਪਰਮਾਤਮਾ ਨੂੰ ਪਤਾ ਹੈ ਕਿ ਇਹਨੂੰ ਨਹੀਂ ਗਿਆਨ ਕਿ ਜੋ ਮੰਗ ਰਿਹਾ ਇਹਦੇ ਲਈ ਬਾਅਦ 'ਚ ਲਾਭਦਾਇਕ ਨਹੀਂ ਹੈ। ਪਰਮਾਤਮਾ ਨੂੰ ਪਤਾ ਹੈ, ਇਸ ਲਈ ਉਹ ਆਪਣੇ ਭਗਤ ਨੂੰ ਉਹ ਚੀਜ਼ ਦਿੰਦਾ ਹੀ ਨਹੀਂ ਜਿਹਦਾ ਬਾਅਦ 'ਚ ਉਸਨੂੰ ਨੁਕਸਾਨ ਹੋਵੇ। ਨਾਮ ਜਪਣ ਨਾਲ ਪੁੱਤਰ ਮੰਗ ਰਿਹਾ, ਪਰਮਾਤਮਾ ਨੂੰ ਪਤਾ ਜਿਹੜਾ ਇਹਦੇ ਘਰ ਪੁੱਤਰ ਹੋਏਗਾ ਇਹਦਾ ਨੱਕ 'ਚ ਦਮ ਕਰੀ ਰੱਖੇਗਾ, ਇਹਦੀ ਇਸ ਤੋਂ ਭਜਨ ਬੰਦਗੀ ਨਹੀਂ ਹੋਣੀ, ਇਸ ਲਈ ਇਹਨੂੰ ਉਹ ਪੁੱਤਰ ਹੀ ਨਾ ਦਿਓ। ਉਹ ਨਹੀਂ ਦਿੰਦਾ। ਜਿਹੜਾ ਸਿਆਣਾ ਹੈ, ਜਿਹਨੂੰ ਵਾਕਈ ਧਰਮ ਦਾ ਗਿਆਨ ਹੈ, ਜਿਹਦਾ ਵਾਕਈ ਧਰਮ 'ਤੇ ਵਿਸ਼ਵਾਸ ਹੈ, ਉਹ ਨਹੀਂ ਕੋਈ ਗਿਲਾ ਕਰਦਾ। ਉਹ ਕਹਿੰਦੇ ਪਰਮਾਤਮਾ ਨੇ ਮੈਨੂੰ ਪੁੱਤਰ ਨਹੀਂ ਦਿੱਤਾ, ਇਸ 'ਚ ਕੋਈ ਮੇਰਾ ਭਲਾ ਹੈ। ਮੈਂ ਉਹਦਾ ਨਾਮ ਜਪਦਾ, ਪਰਮਾਤਮਾ ਮੇਰਾ ਕਿਉਂ ਮਾੜਾ ਕਰੇਗਾ? ਤੁਸੀਂ ਆਪਣੇ ਮਾਂ ਪਿਓ ਦੇ ਆਖੇ ਲੱਗਦੇ ਹੋ ਕਹਿਣਾ ਉਹ ਤੁਹਾਡਾ ਮਾੜਾ ਕਿਉਂ ਕਰਨਗੇ? ਬਈ ਕਿਉਂ ਕਰਨਗੇ? ਜੇ ਅਸੀਂ ਉਹਨਾਂ ਦੇ ਆਖੇ ਨਹੀਂ ਲੱਗਦੇ ਤਾਂ ਉਹ ਅਖਬਾਰਾਂ 'ਚ ਕਢਾ ਦੇਣਗੇ, ਇਹ ਮੇਰਾ ਪੁੱਤਰ ਮੇਰੇ ਕਹਿਣੇ ਤੋਂ ਬਾਹਰ ਹੈ, ਮੈਨੂੰ ਬੇਦਖਲ ਕਰਦਾ ਹਾਂ, ਇਹ ਕਿਸੇ ਵੀ ਮੇਰੀ ਪ੍ਰਾਪਰਟੀ ਦਾ ਹੱਕਦਾਰ ਨਹੀਂ ਹੋਵੇਗਾ। ਉਹ ਬੇਦਖਲ ਕਰ ਦਿੰਦੇ ਨੇ। ਜਿਹੜਾ ਆਗਿਆਕਾਰ ਉਹਨੂੰ ਸਭ ਕੁਛ ਮਿਲਦਾ। ਪਰਮਾਤਮਾ ਦੇ ਆਗਿਆਕਾਰ ਹੋਣਾ ਹੈ, ਕਿਰਤ ਕਰਨੀ ਹੈ, ਹੁਕਮ ਹੈ। ਜੋ ਗੁਰੂ ਨਾਨਕ ਦਾ ਹੁਕਮ ਹੈ ਇਹ ਰੱਬ ਦਾ ਹੁਕਮ ਸਮਝੋ, ਇਹ ਪਰਮਾਤਮਾ ਦਾ ਹੁਕਮ ਹੈ ਕਿ ਤੁਸੀਂ ਕਿਰਤ ਕਰਨੀ ਹੈ। ਫਿਰ ਨਾਮ ਜਪਣਾ, ਫਿਰ ਨਾਮ ਜਪਣਾ। ਜਿਹੜੇ ਮੈਂ ਜੀਵ ਪੈਦਾ ਕੀਤੇ ਨੇ ਇਹ ਕਿਸੇ ਕਰਮਾਂ ਕਰਨ ਵਿੱਚ ਗਰੀਬ ਨੇ, ਕੁਝ
ਲੋੜਵੰਦ ਦੀ ਤੁਸੀਂ ਸਹਾਇਤਾ ਵੀ ਕਰਨੀ ਹੈ, ਸਹਾਇਤਾ ਵੀ ਕਰਨੀ। ਇਹ ਹੁਕਮ ਹੈ ਪਰਮਾਤਮਾ ਦਾ, ਗੁਰੂਆਂ ਰਾਹੀਂ ਸਾਡੇ ਤੱਕ। ਅਸੀਂ ਕਰਨਾ ਹੈ, ਅਸੀਂ ਕਿਰਤ ਕਰਨੀ ਹੈ, ਮੰਗ ਕੇ ਨਹੀਂ ਖਾਣਾ। ਅਸੀਂ ਮੰਗ ਖਾਣੀ ਕੌਮ ਨਹੀਂ ਹਾਂ, ਸਿੱਖ ਮੰਗ ਖਾਣੀ ਕੌਮ ਨਹੀਂ ਹੈ। ਸਿੱਖ ਨੂੰ ਪਰਮਾਤਮਾ ਗੁਰੂ ਮਹਾਰਾਜ ਕਿਰਤੀ ਬਣਾਇਆ ਹੈ। 3 ਤਰੀਕੇ ਨਾਲ ਹੀ ਅਸੀਂ ਕਰਦੇ ਹਾਂ। ਕਿਰਤ ਕਰਕੇ ਪੈਸਾ ਕਮਾਉਂਦੇ ਹਾਂ, ਮੰਗ ਕੇ ਪੈਸਾ ਕਮਾਉਂਦੇ ਹਾਂ, ਅਤੇ ਠੱਗੀਆਂ ਕਰਕੇ, ਲੁੱਟਾਂ ਖੋਹਾਂ ਕਰਕੇ ਪੈਸਾ ਕਮਾਉਂਦੇ। ਤੇਰੀ ਢੰਗ ਨੇ ਪੈਸਾ ਕਮਾਉਣ ਦੇ। ਜਿਹੜਾ ਕਿਰਤ ਕਰਕੇ ਪੈਸਾ ਕਮਾਉਂਦਾ ਉਹਨੂੰ ਕਹਿੰਦੇ ਕਿਰਤੀ। ਜਿਹੜਾ ਮੰਗ ਕੇ ਪੈਸਾ ਕਮਾਉਂਦਾ ਉਹਨੂੰ ਕਹਿੰਦੇ ਮੰਗਤਾ। ਅਤੇ ਜਿਹੜਾ ਲੁੱਟਾਂ ਖੋਹਾਂ ਕਰਕੇ ਪੈਸਾ ਕਮਾਉਂਦਾ ਉਹਨੂੰ ਕਹਿੰਦੇ ਲੁਟੇਰਾ, ਉਹਨੂੰ ਕਹਿੰਦੇ ਠੱਗ। ਸਿੱਖ ਨਾ ਮੰਗਤਾ ਹੈ, ਨਾ ਲੁਟੇਰਾ ਹੈ, ਸਿੱਖ ਕਿਰਤੀ ਹੈ। ਆਪਣੇ ਕਿਰਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਨੂੰ ਪਾਲਣਾ ਹੈ। ਬਾਕੀ ਜਿੰਨਾ ਸਮਾਂ ਮਿਲੇ ਪਰਮਾਤਮਾ ਦੀ ਭਜਨ ਬੰਦਗੀ ਕਰਨੀ, ਫਿਰ ਕਿਸੇ ਚੀਜ਼ ਦੀ ਕਮੀ ਨਹੀਂ ਆਵੇਗੀ। ਵਿਸ਼ਵਾਸ ਰੱਖੋ, ਬਾਣੀ ਝੂਠੀ ਨਹੀਂ ਹੈ। ਬਾਣੀ ਦੀ ਇੱਕ ਲਾਈਨ, ਇੱਕ ਸ਼ਬਦ ਸੱਚਾ ਹੈ। ਇਹ ਪਰਖਿਆ ਹੋਇਆ ਹੈ, ਐਵੇਂ ਨਹੀਂ ਕਹਿਤਾ। ਇਹ ਨਿਰੀ ਫਿਲਾਸਫੀ ਨਹੀਂ, ਇਹ ਪ੍ਰੈਕਟੀਕਲ ਕੀਤੇ ਹੋਏ ਹਨ। ਇਹ ਪ੍ਰੈਕਟੀਕਲ ਹੈ, ਅਤੇ ਜਿਸ ਚੀਜ਼ ਦਾ ਅਸੀਂ ਪ੍ਰੈਕਟੀਕਲ ਕਰ ਲਈਏ ਉਹ ਸੱਚ ਹੁੰਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਰਾ ਸੰਸਾਰ ਭਿਖਾਰੀ ਹੈ ਅਤੇ ਸਭ ਦਾ ਦਾਤਾ ਇੱਕ ਪਰਮਾਤਮਾ ਹੈ। ਕਹੋ ਨਾਨਕ ਮਨ ਸਿਮਰ ਤੇ ਮੈਨੇ ਉਸ ਨੂੰ ਪਾ, ਉਸ ਪਰਮਾਤਮਾ ਨੂੰ। ਹੇ ਮਨਾ ਤੂੰ ਉਸ ਪਰਮਾਤਮਾ ਦਾ ਸਿਮਰਨ ਕਰ, ਪੂਰਨ ਹੋਵੇਂ ਕਾਮ। ਤੇਰੇ ਸਾਰੇ ਕੰਮ ਪੂਰਨ ਹੋ ਜਾਣਗੇ, ਰਾਸ ਹੋ ਜਾਣਗੇ, ਤੇਰੇ ਕਾਰਜ ਰਾਸ ਹੋ ਜਾਣਗੇ। ਤੂੰ ਉਹਦਾ ਨਾਮ ਜਪ। ਇਹ ਜਪਦਾ ਨਹੀਂ ਹੈ, ਭਟਕ ਰਿਹਾ ਹੈ, ਭਟਕੀ ਜਾ ਬਈ। ਗੁਰੂ ਮਹਾਰਾਜ ਦੇ ਢੰਗ ਤਰੀਕਾ ਦੱਸਣੇ, ਅਪਣਾਉਣਾ ਤੇ ਅਸੀਂ ਹੈ, ਅਪਣਾਉਣਾ ਤੇ ਅਸੀਂ ਹਨ। ਟੀਚਰ ਸਿੱਖਿਆ ਦਿੰਦਾ ਹੈ, ਬੱਚਿਓ ਇਮਤਿਹਾਨ ਬਿਲਕੁਲ ਨੇੜੇ ਆ ਗਏ ਨੇ, ਦੱਬ ਕੇ ਮਿਹਨਤ ਕਰੋ। ਅਤੇ ਬੱਚੇ ਨਹੀਂ ਕਰਦੇ ਅਤੇ ਫਿਰ ਫੇਲ ਹੋ ਜਾਣਗੇ। ਉਸ ਟੀਚਰ ਕੀ ਕਰੇਗਾ? ਉਸ ਟੀਚਰ ਕੀ ਕਰੇਗਾ? ਟੀਚਰ ਨੇ ਤਾਂ ਢੰਗ ਦੱਸਦਾ। ਗੁਰੂ ਮਹਾਰਾਜ ਪਰਮਾਤਮਾ ਸਾਨੂੰ ਢੰਗ ਦੱਸਦੇ ਨੇ ਕਿ ਤੂੰ ਪਰਮਾਤਮਾ ਦਾ ਸਿਮਰਨ ਕਰ, ਪਰਮਾਤਮਾ ਤੇਰੇ ਕਾਰਜ ਰਾਸ ਕਰ ਦੇਗਾ। ਸੋ ਕਿਰਤ ਕਰੋ। ਦੂਜੇ ਨੰਬਰ 'ਤੇ ਨਾਮ ਜਪ। ਫਿਰ ਉਸ ਕਿਰਤ ਦੇ ਵਿੱਚੋਂ ਥੋੜ੍ਹਾ ਬਹੁਤਾ ਬਚਾਓ, ਫਿਰ ਲੋੜਵੰਦਾਂ ਦੀ ਸਹਾਇਤਾ ਕਰੋ। ਤੁਹਾਡਾ ਭੈਣ, ਤੁਹਾਡਾ ਭਰਾ, ਤੁਹਾਡਾ ਭਤੀਜਾ, ਤੁਹਾਡਾ ਕੋਈ ਰਿਸ਼ਤੇਦਾਰ ਵੀ ਲੋੜਵੰਦ ਹੋ ਸਕਦਾ ਹੈ। ਉਹ ਗਰੀਬ ਹੋ ਸਕਦਾ ਹੈ, ਤੁਹਾਨੂੰ ਪਤਾ ਹੈ ਵਾਕਈ ਲੋੜਵੰਦ ਹੈ, ਉਹਦੀ ਸਹਾਇਤਾ ਕਰੋ। ਅਗਰ ਤੁਸੀਂ ਸੋਚਦੇ ਤੁਹਾਡੇ ਸਾਰੇ ਰਿਸ਼ਤੇਦਾਰ ਚੰਗਾ ਖਾਂਦੇ ਪੀਂਦੇ ਨੇ, ਫਿਰ ਕਿਸੇ ਹੋਰ ਲੋੜਵੰਦ ਦੀ ਸਹਾਇਤਾ ਕਰ ਦਿਓ। ਜਦੋਂ ਅਸੀਂ ਤਿੰਨੋਂ ਕੰਮ ਕਰਾਂਗੇ, ਗੁਰੂ ਨਾਨਕ ਦੇਵ ਸਾਡੇ 'ਤੇ ਖੁਸ਼ ਹੋਣਗੇ ਵੀ ਮੇਰਾ ਸਿੱਖ ਕਿਰਤ ਵੀ ਕਰਦਾ, ਨਾਮ ਵੀ ਜਪਦਾ ਅਤੇ ਲੋੜਵੰਦਾਂ ਦੀ ਸਹਾਇਤਾ ਵੀ ਕਰਦਾ। ਅਸੀਂ ਫਿਰ ਆਗਿਆਕਾਰ ਪੁੱਤਰ ਹੋ ਗਏ ਨਾ ਗੁਰੂ ਨਾਨਕ ਦੇ। ਉਹਨਾਂ ਨੇ ਸਾਡੇ, ਜਿਸ 'ਤੇ ਗੁਰੂ ਨਾਨਕ ਦੀ ਖੁਸ਼ੀ, ਪਰਮਾਤਮਾ ਕਹਿੰਦਾ ਉਸ 'ਤੇ ਮੇਰੀ ਖੁਸ਼ੀ। ਜਦੋਂ ਗੁਰੂ ਨਾਨਕ ਦੇ ਸੱਚਖੰਡ ਗਏ ਸਨ, ਪਰਮਾਤਮਾ ਨਾਲ ਵਾਰਤਾਲਾਪ ਹੋਈ ਅਤੇ ਪਰਮਾਤਮਾ ਕਹਿੰਦਾ, ਨਾਨਕ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰ ਪਰਮੇਸ਼ਰ। ਸੁਣ ਨਾਨਕ, ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰ ਪਰਮੇਸ਼ਰ। ਜਿਸ 'ਤੇ ਤੇਰੀ ਖੁਸ਼ੀ, ਉਸ 'ਤੇ ਮੇਰੀ ਖੁਸ਼ੀ। ਸੱਚਖੰਡ ਦੇ ਵਿੱਚ ਵਾਅਦਾ ਹੋਇਆ ਹੋਇਆ, ਹੇ ਨਾਨਕ ਜਿਸ 'ਤੇ ਤੇਰੀ ਖੁਸ਼ੀ, ਉਸ 'ਤੇ ਮੇਰੀ ਖੁਸ਼ੀ। ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦੇ ਆਗਿਆਕਾਰ ਸਿੱਖ ਹੋ ਜਾਵਾਂਗੇ, ਉਹਨਾਂ ਦੀ ਖੁਸ਼ੀ ਸਾਡੇ 'ਤੇ ਹੋਵੇਗੀ। ਜਦੋਂ ਗੁਰੂ ਮਹਾਰਾਜ ਸਿੱਖ 'ਤੇ ਖੁਸ਼ ਨੇ, ਪਰਮਾਤਮਾ ਆਪੇ ਹੀ ਖੁਸ਼ ਹੈ। ਅਤੇ ਜਿਸ 'ਤੇ ਗੁਰੂ ਵੀ ਖੁਸ਼ ਹੈ ਅਤੇ ਜਿਸ 'ਤੇ ਰੱਬ ਵੀ ਖੁਸ਼ ਹੈ, ਦੱਸੋ ਉਹਨੂੰ ਹੋਰ ਕੀ ਚਾਹੀਦਾ? ਉਹਨੂੰ ਹੋਰ ਕੀ ਚਾਹੀਦਾ? ਇਸ ਲਈ ਸਤਿਕਾਰਯੋਗ ਸਾਧ ਸੰਗਤ, ਅਸੀਂ ਕਿਰਤ ਕਰਨੀ ਹੈ।
10 ਨੂੰਹਾਂ ਦੀ ਕਿਰਤ ਕਰਨੀ। ਹਰਾਮ ਦਾ ਇੱਕ ਨਵਾਂ ਪੈਸਾ ਵੀ ਮਨਜ਼ੂਰ ਨਹੀਂ ਕਰਨਾ। ਲੂਣ ਨਾਲ ਰੋਟੀ ਖਾਧੀ ਜਾ ਸਕਦੀ ਹੈ, ਅਚਾਰ ਨਾਲ ਰੋਟੀ ਖਾਧੀ ਜਾ ਸਕਦੀ ਹੈ, ਬਿਨਾਂ ਚੋਪੜੀ ਵੀ ਖਾਧੀ ਜਾ ਸਕਦੀ ਹੈ। ਹੋਮੋਪੈਥੀ ਵਾਲੇ ਨੇ ਮੇਰੇ ਫਿਣਸੀ ਨਿਕਲਦੀਆਂ ਸੀ, ਉਹਨੇ ਮੈਨੂੰ ਦਵਾਈ ਦਿੱਤੀ। ਕਹਿੰਦੇ ਬਾਬਾ ਜੀ ਜਿੰਨਾ ਚਿਰ ਦਵਾਈ ਖਾਣੀ ਹੈ ਕੋਈ ਘਿਓ ਨਹੀਂ ਖਾਣਾ, ਕੋਈ ਮੱਖਣ ਨਹੀਂ ਖਾਣਾ, ਕੋਈ ਮਲਾਈ ਨਹੀਂ ਖਾਣੀ, ਕੋਈ ਰੋਟੀ ਚੋਪੜ ਕੇ ਨਹੀਂ ਖਾਣੀ। ਜੋ ਦਾਲ ਸਬਜ਼ੀ ਤੜਕੇ ਵੇਲੇ ਘਿਓ ਪਿਆ ਹੈ ਬਸ ਉਸ ਤਰ੍ਹਾਂ ਖਾਣੀ ਹੈ, ਉਹ ਉੱਤੋਂ ਨਹੀਂ ਪਾ ਕੇ ਖਾਣੀ। ਕੱਲ੍ਹ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਇੱਕ ਵਾਰੀ ਮੈਂ ਉਂਝ ਤਜਰਬਾ ਕੀਤਾ ਸੀ ਕਿ ਜੈਮਲ ਸਿੰਘ ਹੋ ਸਕਦਾ ਹੈ ਇੱਕ ਐਸਾ ਸਮਾਂ ਆ ਜਾਏ ਕਿ ਤੈਨੂੰ ਇੱਕ ਰੋਟੀ ਮਿਲੇ, ਉਹ ਚੋਪੜੀ ਵੀ ਨਾ ਹੋਵੇ, ਕੋਈ ਲੂਣ ਕੋਈ ਅਚਾਰ ਵੀ ਨਾ ਮਿਲੇ, ਅਤੇ ਤੂੰ ਰੋਟੀ ਖਾਣੀ ਹੈ। ਅਤੇ ਫਿਰ ਮੈਂ ਖਾਧੀ, ਕਿਉਂਕਿ ਮੈਨੂੰ ਜਾਚ ਸੀ ਰੋਟੀ ਕਿਵੇਂ ਖਾਣੀ ਹੈ। ਇਹ ਮੈਂ ਪੜ੍ਹਿਆ ਹੋਇਆ ਸੀ। ਮੈਂ ਇੱਕ ਬੁਰਕੀ ਤੋੜੀ, ਉਹਨੂੰ 40 ਵਾਰ ਚੱਬਿਆ, 40 ਵਾਰ ਦੰਦਾਂ 'ਚ, ਉਹ ਪਾਣੀ ਬਣ ਕੇ ਅੰਦਰ ਲੰਘ ਗਈ। ਦੂਜੀ ਬੁਰਕੀ ਤੋੜੀ, ਉਹਨੂੰ ਵੀ 40 ਵਾਰ ਚੱਬਿਆ, ਉਹ ਵੀ ਪਾਣੀ ਬਣ ਕੇ ਅੰਦਰ ਲੰਘ ਗਈ। ਮੈਨੂੰ ਕਿਸੇ ਲੂਣ ਦੀ ਕਿਸੇ ਦੀ ਅਚਾਰ ਦੀ ਲੋੜ ਹੀ ਨਹੀਂ ਪਈ, ਲੋੜ ਨਹੀਂ ਪਈ। ਕੱਲ੍ਹ ਫਿਰ ਮੈਂ ਬਿਨਾਂ ਚੋਪੜੀ ਰੋਟੀ ਖਾਧੀ, ਇੰਨੇ ਸਾਲਾਂ ਬਾਅਦ। ਉਹ ਤਾਂ ਮੈਂ ਤਜਰਬੇ ਕਰਕੇ ਖਾਧੀ ਨਾ, ਨਹੀਂ ਤਾਂ ਮੈਂ ਸ਼ੁਰੂ ਤੋਂ ਚੋਪੜੀ ਖਾਂਦਾ ਰਿਹਾ ਹਾਂ। ਉਹਨੇ ਕਿ ਚੋਪੜੀ ਨਹੀਂ ਖਾਣੀ। ਮੈਨੂੰ ਤਾਂ ਉਹ ਬਿਨਾਂ ਚੋਪੜੀ 'ਚ ਉਸੇ ਤਰ੍ਹਾਂ ਆਨੰਦ ਸੀ ਜੀ ਚੋਪੜੀ ਸੀ। ਮੈਂ ਆਪਾਂ ਤਾਂ ਐਵੇਂ ਹੀ ਚੋਪੜਦੇ ਰਹੇ। ਮੈਂ ਜਦ ਬਿਨਾਂ ਚੋਪੜੇ ਹੀ ਆਨੰਦ ਆ ਰਿਹਾ ਤਾਂ ਜ਼ਰੂਰ ਹੀ ਉਹਨੂੰ ਚੋਪੜੀ ਜਾਣਾ। ਜਿਵੇਂ ਲੋਕ ਦੁੱਧ 'ਚ ਮਿੱਠਾ ਪਾ ਕੇ ਪੀਂਦੇ ਨੇ, ਉਹ ਭਲੇ ਮਾਣਸ ਦੁੱਧ ਤਾਂ ਪਹਿਲੇ ਮਿੱਠਾ ਹੈ। ਜੇ ਤੁਸੀਂ ਪਾਣੀ ਬਿਨਾਂ ਮਿੱਠਾ ਪਾਏ ਪੀ ਸਕਦੇ ਹੋ ਅਤੇ ਦੁੱਧ ਬਿਨਾਂ ਮਿੱਠਾ ਕਿਉਂ ਨਹੀਂ ਪੀ ਸਕਦੇ? ਕਦੇ ਸੋਚਿਆ ਬੈਠ ਕੇ ਵੀ ਅਸੀਂ ਪਾਣੀ ਫਿੱਕਾ ਪੀਂਦੇ ਹਾਂ? ਪੀਂਦੇ ਹੋ ਨਾ? ਦੁੱਧ 'ਚ ਮਿੱਠਾ ਪਾ ਕੇ ਕਿਉਂ ਪੀਂਦੇ ਹਾਂ? ਦੁੱਧ ਦੇ ਪਾਣੀ ਤੋਂ ਸਗੋਂ ਸਵਾਦ ਹੁੰਦਾ। ਦੁੱਧ ਦੇ ਪਾਣੀ ਨਾਲੋਂ ਸਵਾਦ ਹੁੰਦਾ। ਦੁੱਧ ਫਿੱਕਾ ਕਦੋਂ ਲੱਗਦਾ? ਜਦੋਂ ਤੱਤਾ ਤੱਤਾ ਹੁੰਦਾ। ਉਹਨੂੰ ਠੰਡਾ ਕਰ ਲਓ, ਠੰਡਾ ਕਰ ਲਓ, ਡੀਕ ਲਾ ਕੇ ਪੀ ਲਓ। ਕਈ ਵਾਰੀ ਅਸੀਂ ਜਦੋਂ ਧਾਰਾਂ ਕੱਢਦੇ ਸੀ, ਉਹ ਨਾਲੇ ਧਾਰਾਂ ਕੱਢੀ ਜਾਣੇ ਨਾਲੇ ਦੁੱਧ ਪੀ ਵੀ ਜਾਣਾ। ਉਦੋਂ ਕਿਹੜਾ ਮਿੱਠਾ ਪਾਉਂਦੇ ਸੀ ਉਹਦੇ 'ਚ? ਦੁੱਧ ਫਿੱਕਾ ਪੀਤਾ ਜਾ ਸਕਦਾ ਹੈ, ਬਸ ਆਦਤ ਪੈ ਗਈ। ਮਾਂ ਪਿਓ ਨੇ ਮਿੱਠਾ ਪਿਲਾਉਣਾ ਸ਼ੁਰੂ ਕਰਤਾ, ਉਹ ਕਦੇ ਸੋਚਿਆ ਹੀ ਨਾ, ਮਾਂ ਪਿਓ ਨੇ ਸੋਚਿਆ ਨਾ ਪੀਣ ਵਾਲੇ ਨੇ ਸੋਚਿਆ। ਬਈ ਜਦੋਂ ਪਾਣੀ ਫਿੱਕਾ ਪੀ ਸਕਦੇ ਤੂੰ ਦੁੱਧ ਕਿਉਂ ਨਹੀਂ ਫਿੱਕਾ ਪੀ ਸਕਦਾ? ਜ਼ਰੂਰੀ ਆਪਣੇ ਅੰਦਰ ਸ਼ੂਗਰ ਪੈਦਾ ਕਰਨੀ ਮਿੱਠਾ ਖਾ ਕੇ? ਜਿਹੜੀ ਚੀਜ਼ ਬਿਨਾਂ ਮਿੱਠੇ ਤੋਂ ਪੀਤੀ ਜਾ ਸਕਦੀ ਉਹ 'ਚ ਮਿੱਠਾ ਪਾਉਣ ਦੀ ਕੀ ਲੋੜ ਹੈ? ਉਹ 'ਚ ਮਿੱਠਾ ਪਾਉਣ ਦੀ ਕੀ ਲੋੜ ਹੈ? ਠੰਡਾ ਕਰ ਲਓ। ਆ ਕਈਆਂ ਨੂੰ ਸ਼ੂਗਰ ਹੈ, ਵਿਚਾਰੇ ਚਾਹ ਪੀਣ ਨੂੰ ਜੀਅ ਕਰਦਾ, ਮੈਂ ਉਹਨੂੰ ਢੰਗ ਦੱਸਿਆ ਕਰਦਾ। ਮੈਂ ਸੁਣੋ, ਸਾਡੇ ਪਿਤਾ ਜੀ ਸੜਦੀ ਬਲਦੀ ਚਾਹ ਪੀਂਦੇ ਸਨ, ਉਹ ਫੈਂਟਣ ਨਹੀਂ ਸੁਣ ਦਿੰਦੇ। ਸਾਡੀ ਮਾਂ ਬਿਲਕੁਲ ਪਾਣੀ ਵਰਗੀ ਚਾਹ ਪੀਂਦੀ ਸੀ, ਉਂਗਲ ਲਾ ਕੇ ਵੇਖਦੀ, ਬਿਲਕੁਲ ਠੰਡੀ ਹੋ ਗਈ, ਡੀਕ ਲੱਗ ਸਕਦੀ। ਮੈਂ ਬੇਬੇ ਨੂੰ ਪੁੱਛਿਆ, ਬੇਬੇ ਤੂੰ ਇੰਨੀ ਠੰਡੀ ਚਾਹ ਕਿਉਂ ਪੀਂਦੀ ਹੈ? ਕਹਿੰਦੇ ਪੁੱਤਰ ਅਸਰ ਤਾਂ ਪੱਤੀ ਨੇ ਕਰਨਾ, ਨਸ਼ਾ ਤਾਂ ਪੱਤੀ ਵਿੱਚ ਹੈ, ਗਰਮ ਵਿੱਚ ਤਾਂ ਨਹੀਂ ਹੈ। ਸਰਦੀਆਂ ਹੋਣ ਤਾਂ ਚਲੋ ਆਪਾਂ ਠੀਕ ਹੈ, ਥੋੜ੍ਹੀ ਗਰਮ ਚਾਹ ਪੀ ਲਓ ਭਾਈ, ਥੋੜ੍ਹੀ ਠੰਡ ਉਤਰ ਜਾਏਗੀ। ਗਰਮੀਆਂ 'ਚ ਗਰਮ ਚਾਹ ਪੀਣ ਦਾ ਕੀ ਫਾਇਦਾ ਹੈ ਪੁੱਤਰ? ਅਸਰ ਤਾਂ ਪੱਤੀ ਨੇ ਕਰਨਾ। ਮੈਂ ਗੱਲ ਤਾਂ ਠੀਕ ਹੈ। ਮੈਂ 1974 'ਚ ਚੰਡੀਗੜ੍ਹ ਆਪਣੇ ਮਿੱਤਰ ਨੂੰ ਮਿਲਣ ਚਲਿਆ ਗਿਆ, ਉਹਨੇ ਕਿਤੇ ਔਡਰ ਦਿੱਤਾ ਕੋਲਡ ਕੌਫੀ ਦਾ। ਮੇਰੇ ਕੋਲ ਕੌਫੀ ਆ ਗਈ, ਉਹ 'ਚ ਬਰਫ਼ ਪਈ ਹੋਈ। ਮੈਨੂੰ ਮਾਂ ਯਾਦ ਆ ਗਈ। ਮੈਂ ਉਹ ਤਾਂ ਜੇ ਬਿਨਾਂ ਬਰਫ਼ ਤੋਂ ਪੀਂਦੀ ਸੀ, ਜੈਮਲ ਸਿੰਘ ਅੱਜ ਤੂੰ ਬਰਫ਼ ਪਾ ਕੇ ਪੀ ਰਿਹਾ। ਅਸੀਂ ਆਪਣੀਆਂ ਆਦਤਾਂ ਆਪੇ ਵਿਗਾੜ ਬੂੜ ਲੈਂਦੇ, ਹੋਰ ਕੋਈ ਗੱਲ ਨਹੀਂ ਹੈਗੀ। ਤਾਂ ਜਿਨ੍ਹਾਂ ਨੂੰ ਸ਼ੂਗਰ ਹੋਈ ਹੈ, ਮੈਂ ਉਹਨਾਂ ਜਦ ਘਰਾਂ ਜਾਂਦਾ, ਜਦੋਂ ਮੈਂ ਉਹਨਾਂ ਇੱਕੋ ਹੀ ਗੱਲ ਕਹਿਣਾ, ਮੈਂ ਇਹ ਨਹੀਂ ਕਹਿੰਦਾ ਤੁਸੀਂ ਨਾ ਚਾਹ ਪੀਓ, ਚਾਹ ਤੁਹਾਡਾ ਪੀਣ ਨੂੰ ਜੀਅ ਕਰਦਾ, ਬੜੀ ਖੁਸ਼ੀ ਨਾਲ ਉਹਨੂੰ ਠੰਡੀ ਕਰ ਲਓ। ਜਦ ਪਾਣੀ ਵਰਗੀ ਹੋਈ ਡੀਕ ਲਾ ਕੇ ਪੀ ਲਓ। ਬਸ ਜਦ ਤੁਸੀਂ ਵਿੱਚ ਸਾਹ ਲਵੋਗੇ ਤਾਂ ਤੁਹਾਨੂੰ ਸਵਾਦ ਦਾ ਪਤਾ ਲੱਗੂਗਾ। ਤੁਸੀਂ ਸਾਹ ਨਾ ਵਿੱਚ ਲਵੋ, ਤੁਹਾਨੂੰ ਕੋਈ ਨਹੀਂ ਸਵਾਦ ਆਏਗਾ ਕਿ ਫਿੱਕਾ ਕਿ ਮਿੱਠਾ। ਜਦੋਂ ਆਪਾਂ ਵਿੱਚ ਸਾਹ ਲਵਾਂਗੇ ਫਿਰ ਪਤਾ ਲੱਗੂ ਚਾਹ ਫਿੱਕੀ ਹੈ। ਤੁਸੀਂ ਡੀਕ ਲਾ ਕੇ ਪੀ ਲਓ, ਪੱਤੀ ਨੇ ਤੁਹਾਡੇ 'ਤੇ ਅਸਰ ਕਰ ਜਾਣਾ।
ਨਾਲੇ ਸ਼ੂਗਰ ਤੋਂ ਬਚ ਗਏ, ਨਾਲੇ ਚਾਹ ਵੀ ਪੀ ਲਈ। ਜੇ ਤੁਸੀਂ ਤੱਤੀ ਪੀਓਗੇ ਉਹ ਤੁਹਾਨੂੰ ਸਵਾਦ ਨਹੀਂ ਲੱਗਣੀ, ਉਹ ਨਹੀਂ ਲੱਗਦੀ ਸਵਾਦ। ਇਸ ਲਈ ਇਹ ਗੱਲਾਂ ਦਾ ਵੀ ਨਾਲ ਗਿਆਨ ਹੋਣਾ ਚਾਹੀਦਾ ਹੈ। ਤੁਸੀਂ ਕਹੋਗੇ ਵਿੱਚ ਹੀ ਕਥਾ ਕਰਦੇ ਕਰਦੇ ਇੱਧਰ ਨੂੰ ਹੋ ਗਿਆ, ਕਈ ਗੱਲਾਂ ਬਹੁਤ ਜ਼ਰੂਰੀ ਹੁੰਦੀਆਂ ਨੇ, ਹਾਂ, ਤਾਂ ਉਹ ਨਾਲ ਦੱਸਣੀਆਂ ਪੈਂਦੀਆਂ ਨੇ। ਸਮਾਂ ਹੋ ਗਿਆ ਸਤਿਕਾਰਯੋਗ ਸਾਧ ਸਿੰਘ ਜੀ। ਅਤੇ ਅਖੀਰ 'ਤੇ ਗੁਰੂ ਮਹਾਰਾਜ ਨੇ ਕਿਹਾ ਸੀ ਨਾ, ਕੋ ਨਾਨਕ ਮਨ ਸਿਮਰਤੇ ਪੂਰਨ ਹੋਵੇਂ ਕੰਮ। ਹੇ ਮਨਾ ਤੂੰ ਉਸ ਪਰਮਾਤਮਾ ਦਾ ਸਿਮਰਨ ਕਰ, ਤੇਰੇ ਕਾਰਜ ਪੂਰਨ ਹੋ ਜਾਣਗੇ, ਰਾਸ ਹੋ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।